वेलकम स्टूडेंट्स ऑनलाइन एजुकेशनल यूट्यूब चैनल एडुक्रेसी एजुकेशन फॉर ऑल ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਇੰਗਲਿਸ਼ ਰੀਡਰ ਕਲਾਸ 8th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪ੍ਰੋਜ਼ ਲੈਸਨ 2 ਸੇ ਨੋ ਦੀ ਐਕਸਰਸਾਈਜ਼ਸ ਕਰਾਂਗੇ। ਇਹ ਲੈਸਨ ਅਸੀਂ 3 ਦਿਨ ਪਹਿਲਾਂ ਪੜ੍ਹਿਆ ਸੀ ਤੇ ਮੈਨੂੰ ਆਸ ਹੈ ਕਿ ਇਹ ਲੈਸਨ ਤੁਸੀਂ ਕਈ ਵਾਰ ਪੜ੍ਹ ਕੇ ਅੱਛੀ ਤਰ੍ਹਾਂ ਯਾਦ ਕਰ ਲਿਆ ਹੋਵੇਗਾ। ਤੇ ਆਓ ਹੁਣ ਇਸ ਦੀਆਂ ਐਕਸਰਸਾਈਜ਼ ਕਰਦੇ ਹਾਂ। ਤੇ ਇਹ ਜੋ ਐਜੂਕੇਸ਼ਨਲ ਟਿਊਟੋਰੀਅਲ ਵੀਡੀਓ ਹੈ ਇਹ ਬ੍ਰਾਸ ਫਾਊਂਡੇਸ਼ਨ ਵਾਸਤੇ ਤਿਆਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਅਸੀਂ ਨਵੇਂ ਸ਼ਬਦ ਨਿਊ ਵਰਡਸ ਐਂਡ ਫਰੇਜ਼ਸ ਕਰਾਂਗੇ ਤੇ ਇਹਨਾਂ ਦੀ ਵਰਤੋਂ ਐਂਡ देयर ਯੂਜ਼। ਤੇ ਬੱਚਿਓ ਇਹ ਜੋ ਪੂਰੀ ਸੀਰੀਜ਼ ਹੈ ਇਹ ਖਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਾਬੀ ਮੀਡੀਅਮ ਦੇ ਸਟੂਡੈਂਟਸ ਵਾਸਤੇ ਤਿਆਰ ਕੀਤੀ ਗਈ ਹੈ, ਕਿਉਂਕਿ ਇੰਗਲਿਸ਼ ਜੋ ਹੈ ਉਹ ਪੰਜਾਬੀ ਮੀਡੀਅਮ ਦੇ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਸਿਰਦਰਦ ਹੈ। ਸੋ ਇਸ ਨੂੰ ਜਿੰਨਾ ਹੋ ਸਕੇ ਇਸ ਨੂੰ ਆਸਾਨ ਤੇ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਆਸ ਕਰਦੇ ਹਾਂ, ਮੈਂ ਆਸ ਕਰਦਾ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹੋਗੇ ਤੇ ਇਸ ਦਾ ਬੈਨੀਫਿਟ, ਇਸ ਦਾ ਫਾਇਦਾ ਲਓਗੇ। ਇੱਥੇ ਇਸ ਵਿੱਚ ਕਾਫੀ ਅਕਸ਼ਰਾਂ ਨੂੰ, ਕਾਫੀ ਵਰਡਸ ਦੇ ਮੀਨਿੰਗ ਤੁਹਾਨੂੰ ਨਾਲ ਨਾਲ ਬੋਲੇ ਜਾਣਗੇ। ਤੁਸੀਂ ਪਲੀਜ਼ ਇੱਕ ਕਾਪੀ ਪੈਨ ਲੈ ਲਓ ਤੇ ਉਸ ਤੇ ਇਹ ਨੋਟ ਕਰਦੇ ਰਹੋ। ਇਸ ਦੇ ਨਾਲ ਕਿਆ ਹੋਏਗਾ, ਤੁਹਾਡੀ ਵੋਕੈਬਲਰੀ, ਤੁਹਾਡਾ ਸ਼ਬਦਕੋਸ਼, ਜਿਵੇਂ ਕਿ ਇਹ ਵੀ ਇੱਕ ਵਰਡ ਹੈ ਵੋਕੈਬਲਰੀ ਦਾ ਮਤਲਬ ਹੁੰਦਾ ਹੈ ਸ਼ਬਦਕੋਸ਼, ਹੌਲੀ ਹੌਲੀ ਵਧੇਗਾ ਤੇ ਤੁਹਾਡਾ ਇੰਗਲਿਸ਼ ਵਿੱਚ ਜੋ ਗ੍ਰਿਪ ਹੈ, ਜੋ ਤੁਹਾਡਾ ਹੱਥ ਹੈ ਉਹ ਇੰਗਲਿਸ਼ ਵਿੱਚ ਸਾਫ਼ ਹੋਏਗਾ। ਸੋ ਆਓ ਆਪਾਂ ਜੋ ਨਿਊ ਵਰਡਸ ਤੇ ਫਰੇਜ਼ਸ ਕਰਦੇ ਹਾਂ। ਨੰਬਰ 1 ਫੇਵਰੇਟ ਦਾ ਮਤਲਬ ਹੁੰਦਾ ਹੈ ਮਨਪਸੰਦ, ਪਸੰਦੀਦਾ, ਚਹੇਤਾ, ਹੋਰਾਂ ਨਾਲੋਂ ਵੱਧ ਪਸੰਦ, ਜਾਂ ਇਹਨੂੰ ਇੰਗਲਿਸ਼ 'ਚ ਕਹਾਂਗੇ ਲਾਈਕ ਮੋਰ ਦੈਨ ਅਦਰਸ, ਹੋਰਾਂ ਨਾਲੋਂ ਵੱਧ ਪਸੰਦ ਕੀਤਾ ਜਾਣਾ। ਸੋ ਤੁਸੀਂ ਦੇਖੋਗੇ ਜੋ ਇਹਦੇ ਵਿੱਚ ਵਰਡ ਦੇ ਨਾਲ ਜੋ ਤੁਹਾਡੀ ਬੁੱਕ 'ਚ ਐਕਸਰਸਾਈਜ਼ ਹੈ ਉਹਦੇ ਵਿੱਚ ਸਿਰਫ ਐਪਲ ਇਜ਼ ਮਾਈ ਫੇਵਰੇਟ ਫਰੂਟ ਇਹ ਸੈਂਟੈਂਸ ਦਿੱਤਾ ਗਿਆ। ਜੋ ਇਹ ਪਹਿਲਾ ਸੈਂਟੈਂਸ ਹੈ ਇਹ ਤੁਹਾਡੇ ਰੈਫਰੈਂਸ ਵਾਸਤੇ, ਤੁਹਾਡੀ ਸਹੂਲਤ ਵਾਸਤੇ, ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਵੇ, ਇਹ ਤੁਹਾਡੇ ਲੈਸਨ ਵਿੱਚੋਂ ਲਿੱਤਾ ਗਿਆ ਤੇ ਨਾਲ ਹੀ ਇਹਦੀ ਪੰਜਾਬੀ ਵੀ ਦਿੱਤੀ ਗਈ ਹੈ। ਸੋ ਇਹ ਸਾਰਾ ਕੁਝ ਤੁਸੀਂ ਆਪਣੀ ਕਾਪੀਆਂ ਤੇ ਨੋਟ ਕਰਨਾ ਹੈ। ਹੀ ਵਾਜ਼ ਦ ਕਿੰਗਸ ਫੇਵਰੇਟ, ਉਹ ਹੁਣ ਰਾਜਾ ਦਾ ਮਨਪਸੰਦ ਸੀ। ਹੀ ਵਾਜ਼ ਦ ਕਿੰਗਸ ਫੇਵਰੇਟ ਨਾਓ, ਉਹ ਹੁਣ ਰਾਜੇ ਦਾ ਮਨਪਸੰਦ ਸੀ। ਤੇ ਇਸ ਦੇ ਨਾਲ ਹੀ ਦੂਜਾ ਸੈਂਟੈਂਸ ਹੈ, ਦੂਜਾ ਵਾਕ ਹੈ। ਸੈਂਟੈਂਸ ਦਾ ਮਤਲਬ ਵਾਕ ਹੁੰਦਾ ਹੈ। ਐਪਲ ਇਜ਼ ਮਾਈ ਫੇਵਰੇਟ ਫਰੂਟ, ਸੇਬ ਮੇਰਾ ਮਨਪਸੰਦ ਫਲ ਹੈ। ਫਰੂਟ ਦਾ ਮਤਲਬ ਤੁਹਾਨੂੰ ਪਤਾ ਹੀ ਹੋਏਗਾ, ਫਲ ਨੂੰ ਆਪਾਂ ਫਰੂਟ ਕਹਿੰਦੇ ਹਾਂ। ਨੰਬਰ 2 ਗੈਟ ਅਵੇ ਵਿਦ, ਇਸ ਦਾ ਮਤਲਬ ਹੁੰਦਾ ਇਹ ਫਰੇਜ਼ ਹੈ, ਇਟ ਇਜ਼ ਨਾਟ ਅ ਵਰਡ, ਇਹ ਵਰਡ ਨਹੀਂ ਹੈ, ਇੱਕ ਫਰੇਜ਼ ਹੈ। ਗਲਤੀ ਦੇ ਬਾਵਜੂਦ ਸਜ਼ਾ ਤੋਂ ਬਚ ਜਾਣਾ। ਤੇ ਇਹਦਾ ਇੰਗਲਿਸ਼ 'ਚ ਆਪਾਂ ਮਤਲਬ ਕਿੱਦਾਂ ਲਿਖਾਂਗੇ, ਟੂ ਡੂ ਸਮਥਿੰਗ ਰੋਂਗ, ਕੁਝ ਗਲਤ ਕਰਨਾ, ਐਂਡ ਨਾਟ ਬੀ ਪਨਿਸ਼ਡ, ਤੇ ਸਜ਼ਾ ਨਾ ਮਿਲਣਾ। ਤੇ ਇਹਦਾ ਜੋ ਆਪਣੇ ਲੈਸਨ ਵਿੱਚੋਂ ਸੈਂਟੈਂਸ ਹੈ ਉਹ ਕੁਝ ਇਸ ਤਰ੍ਹਾਂ, ਹੀ ਗੈਟਸ ਅਵੇ ਵਿਦ ਸੋ ਮੈਨੀ ਥਿੰਗਸ ਬਿਕੋਜ਼ ਯੂ ਸੇ ਯੈਸ ਟੂ ਵਟ ਐਵਰ ਹੀ ਸੇਜ਼। ਇਹ ਜੋ ਦਰਬਾਰੀਆਂ ਤੇ ਮੰਤਰੀਆਂ ਦਾ ਸ਼ਿਕਵਾ ਸੀ, ਇਹ ਸ਼ਿਕਾਇਤ ਸੀ ਰਾਜਾ ਨੂੰ ਕੀਤੀ ਕਿ ਗੋਪਾਲ ਇਸ ਕਰਕੇ, ਕਿਉਂਕਿ ਤੁਸੀਂ ਉਸ ਦੀ ਹਰ ਇੱਕ ਗੱਲ ਨੂੰ ਹਾਂ ਕਰ ਦਿੰਦੇ ਹੋ, ਇਸ ਕਰਕੇ ਉਹ ਕਾਫੀ ਗਲਤੀਆਂ ਕਰਨ ਦੇ ਬਾਵਜੂਦ ਬਚ ਜਾਂਦਾ ਹੈ। ਉਸ ਬਹੁਤ ਸਾਰੀਆਂ ਚੀਜ਼ਾਂ ਤੋਂ ਬਚ ਜਾਂਦਾ ਹੈ ਕਿਉਂਕਿ ਤੁਸੀਂ ਉਸ ਦੀ ਹਰ ਚੀਜ਼ ਨੂੰ ਹਾਂ ਕਹਿ ਦਿੰਦੇ ਹੋ। ਤੇ ਇਸ ਦਾ ਇੱਕ ਹੋਰ ਵਾਕ ਬਣਾਇਆ ਗਿਆ, ਸੈਂਟੈਂਸ ਬਣਾਇਆ ਗਿਆ, ਉਹ ਕੁਝ ਇਸ ਤਰ੍ਹਾਂ ਹੈ, ਡੋਂਟ ਚੀਟ, ਯੂ ਵਿਲ ਨੈਵਰ ਗੈਟ ਅਵੇ ਵਿਦ ਇਟ ਹੇਅਰ। ਇਹਦਾ ਮਤਲਬ ਬਣਿਆ ਧੋਖਾ ਨਾ ਕਰੋ। ਡੋਂਟ ਚੀਟ, ਚੀਟ ਦਾ ਮਤਲਬ ਧੋਖਾ। ਯੂ ਵਿਲ ਨੈਵਰ ਗੈਟ ਅਵੇ ਵਿਦ ਇਟ ਹੇਅਰ, ਤੁਸੀਂ ਇੱਥੇ ਕਦੇ ਵੀ ਇਸ ਤੋਂ ਬਚ ਨਹੀਂ ਸਕੋਗੇ। ਨੰਬਰ 3 ਗੈਟ ਦ ਬੈਟਰ ਆਫ, ਕਿਸੇ ਨੂੰ ਹਰਾ ਦੇਣਾ, ਟੂ ਡਿਫੀਟ ਸਮਬਡੀ। ਤੇ ਜੋ ਲੈਸਨ ਵਿੱਚੋਂ ਸੈਂਟੈਂਸ ਕੁਝ ਇਸ ਤਰ੍ਹਾਂ, he decided to wait patiently for the right opportunity to get back at them। ਉਸਨੇ ਉਹਨਾਂ ਵੱਲ ਵਾਪਸੀ, ਜਿਸ ਦਾ ਉਹਨਾਂ ਵੱਲ ਵਾਪਸੀ ਦਾ ਮਤਲਬ ਹੈ ਹਰਾਉਣ ਲਈ, to defeat somebody, ਬਦਲਾ ਲੈਣ ਲਈ ਵੀ ਕਈ ਵਾਰ ਯੂਜ਼ ਹੁੰਦਾ ਹੈ। ਸਹੀ ਮੌਕੇ ਲਈ ਧੀਰਜ ਨਾਲ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ। ਤੇ ਜੋ ਐਕਸਰਸਾਈਜ਼ ਦਾ ਲੈਸਨ ਹੈ ਉਹ ਇਸ ਤਰ੍ਹਾਂ, I always get the better of him when he tries to befool me। ਜਦੋਂ ਉਹ ਮੇਰੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਉਸ ਤੋਂ ਹਮੇਸ਼ਾ ਬਿਹਤਰ ਹੁੰਦਾ ਹਾਂ। ਸੋ ਚੌਥਾ ਜੋ ਸ਼ਬਦ ਹੈ ਉਹ ਕੰਪਲੀਟਲੀ, ਇਹ ਵੀ ਲੈਸਨ 'ਚ ਕਈ ਵਾਰ ਯੂਜ਼ ਹੋਇਆ। ਬਿਲਕੁਲ, ਇਹਦਾ ਮਤਲਬ ਹੁੰਦਾ ਬਿਲਕੁਲ, ਮੁਕੰਮਲ, ਪੂਰੀ ਤਰ੍ਹਾਂ। ਤੇ ਇੰਗਲਿਸ਼ 'ਚ ਦਾ ਮਤਲਬ ਆਪਾਂ ਜੇ ਲਿਖਾਂਗੇ ਤਾਂ ਉਹਨੂੰ ਲਿਖਾਂਗੇ ਫੁਲੀ। ਦ ਕਿੰਗ ਟਰਸਟਿਡ ਗੋਪਾਲ ਕੰਪਲੀਟਲੀ, ਰਾਜਾ ਗੋਪਾਲ ਤੇ ਪੂਰਾ ਭਰੋਸਾ ਕਰਦਾ ਸੀ। ਤੇ ਦੂਜਾ ਸੈਂਟੈਂਸ ਹੈ, ਸ਼ੀ ਵਾਜ਼ ਕੰਪਲੀਟਲੀ ਐਬਜ਼ੌਰਬਡ
ਐਬਜ਼ੌਰਬ ਦਾ ਮਤਲਬ ਹੁੰਦਾ ਹੈ ਸੋਕੇ ਜਾਣਾ, ਡੁੱਬ ਜਾਣਾ, ਕਈ ਵਾਰ ਥੱਕ ਜਾਣ ਵਾਸਤੇ ਵੀ ਐਬਜ਼ੌਰਬਡ ਯੂਜ਼ ਹੁੰਦਾ ਹੈ। ਇਨ ਹਰ ਵਰਕ, ਉਹ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਡੁੱਬ ਗਈ ਸੀ। ਨੰਬਰ 5 ਵਿਟੀ। ਵਿਟੀ ਵੀ ਕਾਫੀ ਵਾਰ ਯੂਜ਼ ਹੋਇਆ। ਇਹਦਾ ਮਤਲਬ ਅਕਲਮੰਦ, ਸਿਆਣਾ, ਚਲਾਕ, ਹਾਜ਼ਰ ਜਵਾਬ। ਇਹ ਕਈ ਤਰੀਕੇ ਨਾਲ ਵਰਤਿਆ ਜਾਂਦਾ ਹੈ। ਸੋ ਇੰਗਲਿਸ਼ ਇਹਦਾ ਮਤਲਬ ਬਣਿਆ ਇੰਟੈਲੀਜੈਂਟ, ਕੁਇਕ ਟੂ ਆਂਸਰ। ਇਹਦਾ ਸੈਂਟੈਂਸ, ਦੇ ਵਰ ਸਰਟਨ that the king would find Gopal neither clever nor witty। ਉਹ ਨਿਸ਼ਚਿਤ ਸਨ। ਕੌਣ ਨਿਸ਼ਚਿਤ ਸਨ? ਮੰਤਰੀ ਅਤੇ ਦਰਬਾਰੀ। ਉਹ ਨਿਸ਼ਚਿਤ ਸਨ ਕਿ ਰਾਜਾ ਗੋਪਾਲ ਨੂੰ ਨਾ ਤਾਂ ਚਲਾਕ ਅਤੇ ਨਾ ਹੀ ਸਿਆਣਾ ਪਾਵੇਗਾ। ਨੰਬਰ 6 ਗਿਗਲ, ਹੌਲੀ ਹੌਲੀ ਮੁਸਕਰਾਣਾ। ਹੌਲੀ ਹੌਲੀ ਮੁਸਕਰਾ ਕੇ ਹੱਸਣਾ ਜਾਂ ਬੇਵਕੂਫ ਤਰੀਕੇ ਨਾਲ ਹੱਸਣਾ। ਲਾਫ ਇਨ ਅ ਸਿਲੀ ਮੈਨਰ, ਇਹ ਕਈ ਤਰੀਕੇ ਨਾਲ ਯੂਜ਼ ਹੁੰਦਾ ਹੈ। ਤੇ ਜੋ ਸੈਂਟੈਂਸ ਹੈ ਇਸਦਾ, ਹੀ ਨੋਟਿਸਡ the ministers and courtiers giggling at his back। ਉਸਨੇ ਦੇਖਿਆ ਕਿ ਮੰਤਰੀ ਅਤੇ ਦਰਬਾਰੀ ਉਸਦੀ ਪਿੱਠ ਪਿੱਛੇ ਹੱਸ ਰਹੇ ਹਨ। ਤੇ ਦੂਜਾ ਸੈਂਟੈਂਸ ਕੁਝ ਇਸ ਤਰ੍ਹਾਂ ਹੈ, the girls giggled at his joke। ਕੁੜੀਆਂ ਉਸਦੇ ਮਜ਼ਾਕ ਤੇ ਹੱਸਦੀਆਂ ਸਨ। ਸੋ ਇਹਦੇ ਨਾਲ ਹੀ ਆਪਾਂ 7ਵੇਂ ਵਰਡ ਤੇ ਪਹੁੰਚ ਗਏ ਹਾਂ। ਜੋ 7ਵਾਂ ਵਰਡ ਹੈ, 7th ਵਰਡ ਹੈ, that is opportunity। ਇਸ ਦਾ ਮਤਲਬ ਹੁੰਦਾ ਚਾਂਸ। ਪੰਜਾਬੀ ਜਿਸ ਨੂੰ ਕੀ ਕਹਾਂਗੇ? ਅਵਸਰ, ਮੌਕਾ। ਸੋ ਸੈਂਟੈਂਸ ਕੁਝ ਇਸ ਤਰ੍ਹਾਂ ਹੈ, he decided to wait patiently for the right opportunity to get back at them। ਉਸਨੇ ਉਹਨਾਂ ਵੱਲ ਵਾਪਸੀ ਲਈ ਸਹੀ ਮੌਕੇ ਲਈ ਧੀਰਜ ਨਾਲ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ। ਤੇ ਦੂਜਾ ਸੈਂਟੈਂਸ ਹੈ, he did not avail himself for the good opportunity। ਉਸਨੇ ਇਸ ਚੰਗੇ ਮੌਕੇ ਦਾ ਲਾਭ ਨਹੀਂ ਉਠਾਇਆ। ਤੇ 8ਵਾਂ ਜੋ ਵਰਡ ਹੈ ਉਹ ਇੰਸਟਰਕਸ਼ਨਸ ਹੈ। ਇਸ ਦਾ ਮਤਲਬ ਹੁੰਦਾ ਡਾਇਰੈਕਸ਼ਨਸ, ਦਿਸ਼ਾ ਨਿਰਦੇਸ਼ ਜਾਂ ਹਿਦਾਇਤਾਂ। ਇਹ ਜੋ ਵਰਡ ਹੈ ਆਪਣੇ ਲੈਸਨ ਵਿੱਚ ਨਹੀਂ ਵਰਤਿਆ ਗਿਆ, ਤੋ ਇਸ ਕਰਕੇ ਜੋ ਲੈਸਨ ਦਾ ਸੈਂਟੈਂਸ ਹੈ ਇਹ ਅਸੀਂ ਨਹੀਂ ਲਿਖਿਆ ਇੱਥੇ। ਸਿਰਫ ਜੋ ਐਕਸਰਸਾਈਜ਼ ਦਾ ਸੈਂਟੈਂਸ ਹੈ ਉਹੀ ਲਿਖਿਆ। ਯੂ ਸ਼ੁੱਡ ਫੋਲੋ ਦ ਇੰਸਟਰਕਸ਼ਨਸ ਕੇਅਰਫੁਲੀ। ਕੇਅਰਫੁਲੀ ਦਾ ਮਤਲਬ ਹੁੰਦਾ ਹੈ ਧਿਆਨਪੂਰਵਕ। ਇੰਸਟਰਕਸ਼ਨਸ ਦਾ ਮਤਲਬ ਹੁੰਦਾ ਹੈ ਹਿਦਾਇਤਾਂ। ਸੋ ਤੁਹਾਨੂੰ ਹਿਦਾਇਤਾਂ ਦੀ ਧਿਆਨਪੂਰਵਕ ਪਾਲਣਾ ਕਰਨੀ ਚਾਹੀਦੀ ਹੈ। ਤੇ ਬੱਚੋ ਨੀਚੇ ਦੇਖੋ, ਇਸ ਅਭਿਆਸ ਦੇ ਸਾਰੇ ਸ਼ਬਦਾਂ ਵਿੱਚੋਂ ਹਰੇਕ ਦੇ 2-2 ਵਾਕ ਬਣਾਓ। ਸੋ ਇਹ ਤੁਸੀਂ ਆਪਣੇ ਕੋਲੋਂ ਇਹਨਾਂ 8 ਸ਼ਬਦਾਂ ਦੇ 2-2 ਵਾਕ ਬਣਾਉਣੇ ਹੈ। ਤੇ ਮੈਂ ਆਸ ਕਰਦਾ ਕਿ ਕਿਉਂਕਿ ਤੁਹਾਨੂੰ ਲੈਸਨ ਤੇ ਵਰਡ ਅੱਛੀ ਤਰ੍ਹਾਂ ਸਮਝ ਆ ਗਏ ਨੇ, ਤਾਂ ਤੁਸੀਂ ਇਹਨਾਂ ਦੇ ਬਹੁਤ ਹੀ ਸੁੰਦਰ ਵਾਕ ਬਣਾਓਗੇ। ਆਓ ਅੱਗੇ ਵਧਦੇ ਹਾਂ। ਅੱਗੇ ਕੁਐਸਚਨ ਆਨਸਰਸ। ਇਸ ਲੈਸਨ ਦੇ ਕੁਐਸਚਨ ਆਨਸਰ, ਇਹ ਬਹੁਤ ਹੀ ਜ਼ਰੂਰੀ ਲੈਸਨ ਹੈ, ਬਹੁਤ ਹੀ ਇੰਪੋਰਟੈਂਟ ਲੈਸਨ ਹੈ। ਤੇ ਇਹ ਪੇਪਰਾਂ ਵਿੱਚ ਹਰ ਵਾਰ ਇਸ ਚੋਂ ਕੁਐਸਚਨ ਆਉਂਦੇ ਹੀ ਆਉਂਦੇ ਨੇ, ਤਾਂ ਤੁਸੀਂ ਇਹਨੂੰ ਅੱਛੀ ਤਰ੍ਹਾਂ ਯਾਦ ਕਰ ਲਿਓ। ਆਓ ਇਹ ਕੁਐਸਚਨ ਆਨਸਰਸ ਪੜ੍ਹਦੇ ਹਾਂ। ਕੁਐਸਚਨ ਨੰਬਰ 1, what was the king's favorite? Who was the king's favorite and why? ਗੋਪਾਲ, ਜੋ ਕੁਐਸਚਨ ਦਾ ਮਤਲਬ ਕੁਝ ਇਸ ਤਰ੍ਹਾਂ ਬਣਿਆ ਕਿ ਰਾਜਾ ਦਾ ਮਨਪਸੰਦ ਕੌਣ ਸੀ ਅਤੇ ਕਿਉਂ। Who ਕੌਣ, why ਕਿਉਂ। ਗੋਪਾਲ was king's favorite because he was clever and witty। ਸੋ ਇਹਦਾ ਕੋਈ ਪੰਜਾਬੀ ਬਣਾਉਣ ਦੀ ਮੈਂ ਲੋੜ ਨਹੀਂ ਸਮਝਦਾ, ਕਿਉਂਕਿ ਇਸ ਦੀ ਪੰਜਾਬੀ ਇੱਕ ਤਾਂ ਤੁਹਾਨੂੰ ਪਹਿਲੇ ਜੋ ਲੈਸਨ ਦੀ ਰਿਕਾਰਡਿੰਗ ਹੈ ਉਹਦੇ ਵਿੱਚ ਦਿੱਤੀ ਗਈ ਹੈ। ਤੇ ਵੈਸੇ ਵੀ ਇਹ ਸਿੰਪਲ ਲਾਈਨ ਹੈ। ਕੁਐਸਚਨ ਨੰਬਰ 2, who were the king's courtiers and ministers jealous of? jealous ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੱਚੋ, ਮੈਂ ਬਾਰ-ਬਾਰ ਇਹ ਜੋ ਲੈਸਨ ਦੇ ਦੌਰਾਨ ਤੁਹਾਨੂੰ ਵਰਡਸ ਦੇ ਮੀਨਿੰਗਸ ਪੰਜਾਬੀ ਵਿੱਚ ਬੋਲਦਾ ਰਹਾਂਗਾ, ਤੁਸੀਂ ਉਹ ਨੋਟ ਕਰਦੇ ਰਹਿਣਾ ਤੇ ਤੁਸੀਂ ਉਸਦੇ ਪੂਰੇ ਨੋਟਸ ਬਣਾਉਣੇ ਆ। ਇਸੇ ਤਰ੍ਹਾਂ jealous ਦਾ ਮਤਲਬ ਇੱਕ ਖਾਲੂ। and why? the king's courtiers and ministers were jealous of Gopal because Gopal was king's favorite। question number 3, what did the courtiers ask the king to do? ਮੰਤਰੀਆਂ ਨੇ, ਦਰਬਾਰੀਆਂ ਨੇ, ਕੋਰਟੀਜ਼ ਦਾ ਮਤਲਬ ਦਰਬਾਰੀ, ਰਾਜਾ ਨੂੰ ਕੀ ਕਰਨ ਲਈ ਕਿਹਾ। the courtiers asked the king to say no to Gopal। ਸਿੰਪਲ ਹੈ। question number 4, what discussions was going on in the court? the king wanted to know how the people of his kingdom could be made wise and intelligent। wise ਦਾ ਮਤਲਬ ਅਕਲਮੰਦ, intelligent ਬੁੱਧੀਮਾਨ। ਸੇਮ ਇੱਕੋ ਤਰ੍ਹਾਂ ਦੇ ਅਕਸ਼ਰ ਨੇ, ਦੋਨੋਂ ਇੱਕੋ ਤਰ੍ਹਾਂ ਦੇ ਵਰਡਸ ਨੇ। he was discussing it in the court। so question number 5, what was Gopal's suggestion to make the people intelligent? Gopal suggested that, suggestion ਦਾ ਮਤਲਬ ਹੁੰਦਾ ਸਲਾਹ ਦੇਣੀ। Gopal suggested that people should have discussion ਦਾ ਮਤਲਬ ਵਿਚਾਰ ਵਟਾਂਦਰਾ, on some topic ਦਾ ਮਤਲਬ ਮੁੱਦਾ,
एवरी डे, हर रोज, फॉर एटलीस्ट 1 आवर। आवर का मतलब घंटा ਹੁੰਦਾ। ਸੋ ਇਹਦਾ ਜਵਾਬ ਕੁਝ ਇਸ ਤਰ੍ਹਾਂ ਬਣਿਆ, ਗੋਪਾਲ ਨੇ ਸਲਾਹ ਦਿੱਤੀ ਕਿ ਲੋਕਾਂ ਨੂੰ ਕੋਈ ਮੁੱਦੇ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਦਿੱਤਾ ਜਾਵੇ ਘੱਟੋ ਘੱਟ 1 ਘੰਟੇ ਵਾਸਤੇ। ਇਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਵੀ ਵਧੇਗਾ ਤੇ ਉਹਨਾਂ ਦੀ ਬੁੱਧੀਮਤਾ ਜਾਂ ਬੁੱਧੀਮਾਨੀ ਵੀ ਵਧੇਗੀ ਤੇ ਉਹ ਅਕਲਮੰਦ ਤੇ ਬੁੱਧੀਮਾਨ ਹੋ ਜਾਣਗੇ। ਸੋ ਆਓ ਬੱਚਿਓ ਅੱਗੇ ਵਧਦੇ ਹਾਂ। क्वेश्चन नंबर 6, क्वेश्चन नंबर 6, व्हाट डिड गोपाल रियलाइज? रियलाइज का मतलब होंगे एहसास होना। when the king said no to whatever he said, he realized that it was some dirty plan of the king's ministers who wanted to get rid of him। getting rid of him ਦਾ मतलब, getting rid of ਦਾ मतलब ਹੁੰਦਾ पीछा छुड़वाना, खड़ा छुड़वाना। पंजाबी जिवें आपां आम पंजाबी च इस तरह वरतदे हां। क्वेश्चन नंबर 7, what did Gopal request to king to give his courtiers and ministers? request ਦਾ मतलब ਹੁੰਦਾ है बेनती करना। he requested the king to give them each a special reward। special ਦਾ मतलब खास, reward ਦਾ मतलब इनाम of 500 gold coins। सो ਲੈਸਨ ਚ ਆਪਾਂ ਪੜ੍ਹਿਆ ਕਿ ਗੋਪਾਲ ਨੇ ਕੀ ਰਿਕੁਐਸਟ ਕੀਤੀ ਸੀ ਕਿ ਇਹਨਾਂ ਹਰੇਕ ਨੂੰ 500 ਸੋਨੇ ਦੇ ਸਿੱਕੇ ਦਿੱਤੇ ਜਾਣ। ਸੋ ਉਸ ਦਾ ਸੰਬੰਧ ਤੇ ਕੁਐਸਚਨ ਹੈ। ਕੁਐਸਚਨ ਨੰਬਰ 8, what made the courtiers sad? The ministers and courtiers were all very sad to hear the no from the king। ਜਦੋਂ ਉਹਨਾਂ ਨੂੰ 500 ਸੋਨੇ ਦੇ ਸਿੱਕੇ ਦੇਣ ਤੋਂ ਵੀ ਰਾਜਾ ਨੇ ਨਾ ਕਰ ਦਿੱਤੀ ਤਾਂ ਉਹ ਸਾਰੇ ਨਿਰਾਸ਼ ਤੇ ਸੈਡ ਹੋ ਗਏ, ਦੁਖੀ ਹੋ ਗਏ। ਸੋ ਇਹ ਇਸ ਤਰ੍ਹਾਂ ਦਾ ਕੁਐਸਚਨ ਹੈ। ਕੁਐਸਚਨ ਨੰਬਰ 9, why did the ministers and the courtiers run away? They ran away because Gopal the king and had cracked their plan। because Gopal and king had cracked their plan। ਇਹ ਜੋ ਇੱਥੇ ਦ ਹੈ ਇੱਥੇ ਨਹੀਂ ਹੈ, ਇਹਨੂੰ ਕੱਟ ਲਿਓ ਬੱਚਿਓ, ਇਹ ਗਲਤ ਲਿਖਿਆ ਗਿਆ, ਮਿਸਪ੍ਰਿੰਟਿੰਗ ਹੈ, ਮਿਸਟਾਈਪਿੰਗ ਹੈ। ਕੁਐਸਚਨ ਨੰਬਰ 10, how the jealous courtiers were taught a lesson। jealous ਦਾ ਤੁਸੀਂ ਯਾਦ ਹੋਣਾ ਤੁਹਾਨੂੰ, ਮੈਂ ਇੱਥੇ ਤੁਹਾਨੂੰ ਇਹ ਮਤਲਬ ਨਹੀਂ ਦੱਸਾਂਗਾ ਤਾਂ ਮੈਂ ਆਸ ਕਰਦਾ ਤੁਹਾਨੂੰ ਇਹ ਯਾਦ ਹੈ। jealous, Gopal taught them a lesson with his cleverness। cleverness मतलब ਚਤੁਰਾਈ, ਚਲਾਕੀ। ਸੋ ਇਸ ਦੇ ਨਾਲ ਹੀ ਜੋ ਕੁਐਸਚਨ ਆਨਸਰਸ ਨੇ ਉਹ ਖਤਮ ਹੁੰਦੇ ਨੇ। ਆਓ ਬੱਚਿਓ ਅੱਗੇ ਵਧਦੇ ਹਾਂ। ਟੇਕ ਦ correct ਆਨਸਰ। ਸੋ ਇਹ ਫਿਲਅਪਸ ਨੇ, ਫਿਲ ਇਨ ਦ ਬਲੈਂਕਸ ਨੇ। ਸੋ ਤੁਸੀਂ ਦੇਖੋਗੇ ਇੱਥੇ ਜੋ ਕੁਐਸਚਨ ਹੈ, ਜੋ ਕੁਐਸਚਨ ਫਿਲਅਪ ਹੈ ਉਹਦੇ ਵਿੱਚ 3 ਆਪਸ਼ਨਸ ਦਿੱਤੇ ਗਏ A B C। ਜੋ B ਹੈ, ਜੋ ਸਹੀ ਆਨਸਰ ਹੈ ਪਹਿਲਾਂ ਇਸ 'ਚ ਭਰਿਆ ਗਿਆ। ਸੋ ਤੁਸੀਂ ਇਸ ਨੂੰ ਨੋਟ ਕਰ ਲਿਓ ਆਪਣੀ ਕਾਪੀਜ਼ ਤੇ ਮੈਂ ਤੁਹਾਨੂੰ ਇਹ ਸਹੀ ਜਵਾਬ ਦੇ ਨਾਲ ਹੀ ਪੜ੍ਹ ਕੇ ਸੁਣਾਉਣਾ। ਗੋਪਾਲ ਦ ਬਾਰਬਰ, ਗੋਪਾਲ ਜੋ ਕਿ ਨਾਈ ਸੀ, ਵਾਜ਼ ਵੈਰੀ ਡੈਸ਼, ਡੈਸ਼ 'ਚ ਲਿਖਿਆ ਬੀ ਦਾ ਮਤਲਬ ਬੇਟੀ, ਉਹ ਬਹੁਤ ਹੀ ਅਕਲਮੰਦ ਸੀ। ਗੋਪਾਲ ਦ ਬਾਰਬਰ ਵਾਜ਼ ਵੈਰੀ ਕਾइंड, ਉਹ ਕਾइंड ਨਹੀਂ ਸੀ, ਕਾइंड ਦਾ ਕੋਈ ਉਹ ਨਹੀਂ ਹੈ ਵਰਡ, ਆਪਣੇ ਲੈਸਨ 'ਚ ਕਾइंड ਦਾ ਵਰਡ ਯੂਜ਼ ਨਹੀਂ ਹੋਇਆ। ਤੇ ਨਾ ਹੀ ਉਹ ਇਰਖਾਲੂ ਸੀ, ਨਾ ਹੀ ਉਹ ਜੈਲਸ ਸੀ, ਉਹ ਕੀ ਸੀ? ਅਕਲਮੰਦ। The courtiers tried their best to make Gopal look a fool because, ਇਹਦਾ ਜਵਾਬ ਹੈ A, because they were jealous of Gopal। The ministers believed that Gopal got away with so many things because ਇਹਦਾ ਜਵਾਬ ਹੈ C, the king said yes to whatever he said। So A ਤੇ B ਦੇ ਆਨਸਰ ਨਹੀਂ ਨੇ, ਇਹਦਾ ਆਨਸਰ ਹੈ C। ਜੇ ਤੁਸੀਂ ਇਹਨੂੰ ਪੂਰੀ ਸੈਂਟੈਂਸ ਨੂੰ ਪੂਰਾ ਬਣਾ ਕੇ ਦੇਖੋਗੇ ਤਾਂ ਤੁਹਾਨੂੰ ਇਹ ਸੈਂਟੈਂਸ ਬਿਲਕੁਲ ਹੀ ਆਪਣੇ ਲੈਸਨ ਵਿੱਚੋਂ ਲਿੱਤਾ ਪਾਇਆ ਜਾਏਗਾ, ਦਿਖੇਗਾ ਤੁਹਾਨੂੰ। The ministers believed that Gopal got away with so many things because the king said yes to whatever he said। whatever ਦਾ ਮਤਲਬ ਹੁੰਦਾ ਜੋ ਕੁਝ ਵੀ। ਜੋ ਇਹਦਾ 4 ਨੰਬਰ ਹੈ, ਗੋਪਾਲ was surprised। ਸਰਪ੍ਰਾਈਜ਼ਡ ਦਾ ਮਤਲਬ ਹੁੰਦਾ ਅਚੰਭਿਤ, ਹੈਰਾਨ ਹੋਣਾ, because ਇਹਦਾ ਜਵਾਬ ਹੈ B ਦਾ ਮਤਲਬ the king had never said no to him। ਸੋ ਇੱਥੇ ਵੀ ਥੋੜੀ ਗਲਤੀ ਹੈ, ਇਹਨੂੰ B ਨਹੀਂ, ਇਹਦਾ ਆਨਸਰ C ਆਏਗਾ। the king was saying no to whatever he said। ਉਹ ਇਸ ਕਰਕੇ ਸਰਪ੍ਰਾਈਜ਼ ਸੀਗਾ ਕਿਉਂਕਿ ਕਿੰਗ ਨੇ ਉਸਨੂੰ ਕਦੀ ਨੋ ਨਹੀਂ ਕਿਹਾ ਸੀ, ਪਰੰਤੂ ਹੁਣ ਕਿੰਗ ਉਸ ਦੀਆਂ ਗੱਲਾਂ ਨੂੰ ਨੋ ਕਹਿ ਰਿਹਾ ਸੀ, ਨਾ ਕਹਿ ਰਿਹਾ ਸੀ, ਜਵਾਬ ਦੇ ਰਿਹਾ ਸੀ। ਤਾਂ ਇਸ ਦਾ ਆਨਸਰ ਇੱਥੇ B ਨਹੀਂ ਹੈ, ਇੱਥੇ C ਹੈ ਬੱਚਿਓ। ਇਹ ਧਿਆਨ ਨਾਲ B ਨਹੀਂ ਨੋਟ ਕਰਨਾ, ਇਹ C ਨੋਟ ਕਰਨਾ। ਪੰਜਵਾਂ, the courtiers were happy at the thought of। courtiers ਖੁਸ਼ ਸਨ ਕੀ ਸੋਚ ਕੇ? ਇਹਦਾ ਜਵਾਬ ਹੈ C, getting 500 gold coins each।
ਉਹਨਾਂ ਨੂੰ 500 ਸੋਨੇ ਦੇ ਸਿੱਕੇ ਮਿਲਨੇ ਸੀ, ਇਸ ਕਰਕੇ ਉਹ ਖੁਸ਼ ਸਨ। ਸੋ ਇਸ ਦਾ ਜਵਾਬ ਹੈ ਫਿਲਅਪ 'ਚ ਲਿਖਿਆ 3 ਸੀ। ਸੋ ਇਹਦਾ ਜਵਾਬ ਹੈ ਸੀ। A ਤੇ B ਦਾ ਜਵਾਬ ਨਹੀਂ ਹੈ, ਇਹਦਾ ਜਵਾਬ ਹੈ ਸੀ। ਸੋ ਇਹ ਇੱਥੇ ਲਿਖਿਆ ਕੰਪਲੀਟ ਈਚ ਸੈਂਟੈਂਸ ਐਨੀ ਵੇ ਯੂ ਲਾਈਕ। ਇਹ ਸੈਂਟੈਂਸ ਕੰਪਲੀਟ ਕਰਨਾ ਹੈ ਤੇ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਲੈਸਨ ਦੇ ਮੁਤਾਬਿਕ ਕੰਪਲੀਟ ਕਰਨਾ, ਜਿਵੇਂ ਤੁਹਾਡੀ ਮਰਜ਼ੀ ਹੈ। ਐਨੀ ਵੇ ਯੂ ਲਾਈਕ, ਜਿਵੇਂ ਤੁਹਾਡੀ ਮਰਜ਼ੀ ਹੈ, ਠੀਕ ਹੈ। ਤੇ ਇਹ ਇੱਥੇ ਕੋਈ ਜਵਾਬ ਨਹੀਂ ਦਿੱਤਾ ਗਿਆ ਕਿਉਂਕਿ ਕੁਐਸਚਨ ਆਨਸਰਸ ਲੈਸਨ ਤੇ ਹੋਰ ਐਕਸਰਸਾਈਜ਼ ਕਰਨ ਤੋਂ ਬਾਅਦ ਤੇ ਮੈਂ ਆਸ ਕਰਦਾ ਕਿ ਤੁਸੀਂ ਆਪ ਕਰੋਗੇ, ਤਾਂ ਹੀ ਇਸ ਦੇ ਨੀਚੇ ਦਿੱਤਾ ਗਿਆ ਡੂ ਇਟ ਯੋਰਸੈਲਫ, ਤੇ ਤੁਹਾਨੂੰ ਸਭ ਨੇ ਕਰਕੇ ਆਪਣੀ ਕਾਪੀਜ਼ ਤੇ ਨੋਟ ਕਰਕੇ ਇਹ ਖੁਦ ਕਰਨਾ ਹੈ। ਸੋ ਆਓ ਬੱਚੋ ਅੱਗੇ ਵਧਦੇ ਹਾਂ। ਵੋਕੈਬਲਰੀ ਇਨਰਿਚਮੈਂਟ। ਵੋਕੈਬਲਰੀ ਆਪਾਂ ਲੈਸਨ ਦੇ ਜੋ ਇਹ ਲੈਸਨ ਦੀ ਆਪਣਾ ਜੋ ਕਲਾਸ ਹੈ ਉਸਦੇ ਸ਼ੁਰੂ ਚ ਵੀ ਡਿਸਕਸ ਕੀਤਾ ਸੀ। ਵੋਕੈਬਲਰੀ ਦਾ ਮਤਲਬ ਹੁੰਦਾ ਸ਼ਬਦਾਵਲੀ, ਐਨਰਿਚਮੈਂਟ ਸੁਧਾਰ, ਵਾਧਾ। ਸੋ ਮੈਚ ਦ ਵਰਡਸ ਇਨ ਕਾਲਮ A ਵਿਦ ਵਰਡਸ ਇਨ ਕਾਲਮ B that means almost the same। ਇਹ ਮਤਲਬ ਸੇਮ ਵਰਡਸ ਨੇ। ਜੋ ਇਹ ਕੁਐਸਚਨ ਹੈ ਤੁਹਾਡਾ ਕੁਐਸਚਨ ਵਰਡ ਹੈ ਤੇ ਇਹ ਆਨਸਰਸ ਨੇ। ਇਹ ਆਨਸਰਸ ਜਿਹੜੇ ਨੇ ਬਿਲਕੁਲ ਮਿਕਸ ਕਰਕੇ ਜੰਬਲ ਕਰਕੇ ਲਿਖੇ ਗਏ ਹਨ। ਜੰਬਲ ਦਾ ਮਤਲਬ ਹੁੰਦਾ ਹੈ ਮਿਕਸ ਕਰਨਾ। ਸੋ ਇਹਨੂੰ ਬਿਲਕੁਲ ਸੋਲਵ ਕਰਕੇ ਤੁਹਾਡੇ ਸਾਹਮਣੇ ਦਿੱਤਾ ਗਿਆ। ਸੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ। ਸੈਡ ਦਾ ਮਤਲਬ ਦੁਖੀ, ਅਨਹੈਪੀ ਨਾਖੁਸ਼, ਉਹਦਾ ਮਤਲਬ ਵੀ ਦੁਖੀ ਹੁੰਦਾ। ਵਿਟੀ ਦਾ ਮਤਲਬ ਇੰਟੈਲੀਜੈਂਟ, ਕਈ ਵਾਰ ਆਪਣੇ ਲੈਸਨ ਚ ਆਇਆ। ਗਿਗਲ ਦਾ ਮਤਲਬ ਲਾਫ ਹੁੰਦਾ। ਰਿਵਾਰਡ ਦਾ ਮਤਲਬ ਪ੍ਰਾਈਜ਼ ਹੁੰਦਾ। ਬਿਲੀਵ ਦਾ ਮਤਲਬ ਟਰਸਟ ਹੁੰਦਾ। ਆਈ ਬਿਲੀਵ ਇਨ ਯੂ, ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ, ਤੁਹਾਡੇ ਵਿੱਚ ਵਿਸ਼ਵਾਸ ਕਰਦਾ। ਆਈ ਟਰਸਟ ਯੂ, ਇਹਦਾ ਮਤਲਬ ਵੀ ਇਹੀ ਹੈ, ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ। ਫੇਵਰੇਟ ਦਾ ਮਤਲਬ ਹੁੰਦਾ ਮਨਪਸੰਦ। ਡਾਰਲਿੰਗ ਦਾ ਮਤਲਬ ਵੀ ਮਨਪਸੰਦ ਹੈ। ਕੰਪਲੀਟਲੀ ਦਾ ਮਤਲਬ ਹੈ ਫੁੱਲੀ, ਇਹ ਆਪਣੇ ਜੋ ਨਿਊ ਵਰਡਸ ਚ ਵੀ ਆਇਆ ਸੀ ਵਰਡ। ਇਮੀਡੀਏਟਲੀ ਦਾ ਮਤਲਬ ਹੁੰਦਾ ਤੁਰੰਤ, ਤੇ ਕੁਇਕਲੀ ਦਾ ਮਤਲਬ ਬਿਲਕੁਲ ਤੁਰੰਤ ਹੀ ਹੁੰਦਾ। ਸੋ ਇਹ ਇੱਕ ਦੂਜੇ ਨਾਲ ਬਿਲਕੁਲ ਮੈਚ ਕੀਤੇ ਗਏ ਨੇ ਤੇ ਤੁਸੀਂ ਆਪਣੀ ਕਾਪੀ ਵਿੱਚ ਇਹਨੂੰ ਨੋਟ ਕਰਕੇ ਯਾਦ ਕਰ ਲਓ। ਆਓ ਬੱਚਿਓ ਅੱਗੇ ਵਧਦੇ ਹਾਂ। ਸੋ ਫਿਲ ਇਨ ਦ ਬਲੈਂਕਸ ਵਿਦ ਦ ਵਰਡਸ ਗਿਵਨ। ਸੋ ਇੱਕ ਐਕਸਰਸਾਈਜ਼ ਕੁਝ ਇਸ ਤਰ੍ਹਾਂ ਦੀ ਹੈ ਕਿ ਇਹ ਪੂਰਾ ਪੈਰਾਗ੍ਰਾਫ ਹੈ ਤੇ ਇਹਦੇ ਚ 9 ਬਲੈਂਕਸ ਨੇ, 9 ਖਾਲੀ ਸਥਾਨ ਨੇ ਤੇ ਇੱਥੇ 9 ਆਪਸ਼ਨਸ, 9 ਵਰਡਸ ਦਿੱਤੇ ਗਏ ਨੇ ਤੇ ਇਹਨਾਂ ਨੂੰ ਸੋਲਵ ਕਰਕੇ ਇਹਦੇ ਤਰਤੀਬਵਾਰ ਲੜੀਵਾਰ ਆਨਸਰ ਜੋ ਹੈ ਉਹ ਇੱਥੇ ਦੇ ਦਿੱਤੇ ਗਏ ਨੇ। ਤੋ ਮੈਂ ਇਹ ਪੂਰਾ ਤੇ ਇਸ ਦੇ ਨਾਲ ਹੀ ਇਸ ਨੂੰ ਮੁਕੰਮਲ ਪੈਰਾਗ੍ਰਾਫ ਨੂੰ ਜਦੋਂ ਇਹ ਵਰਡਸ ਇਸ ਵਿੱਚ ਭਰ ਦਿੱਤੇ ਜਾਣਗੇ ਮੁਕੰਮਲ ਪੈਰਾਗ੍ਰਾਫ ਬਣ ਜਾਏਗਾ। ਕੰਪਲੀਟ ਪੈਰਾਗ੍ਰਾਫ, ਉਹੀ ਵਰਡ ਫੇਰ ਆ ਗਿਆ ਜੋ ਆਪਾਂ ਪਿੱਛੇ ਪੜਿਆ। ਕੰਪਲੀਟ ਮਤਲਬ ਮੁਕੰਮਲ, ਫੁੱਲ। ਪੈਰਾਗ੍ਰਾਫ ਦੀ ਪੰਜਾਬੀ ਕਰਕੇ ਨੀਚੇ ਲਿਖੀ ਗਈ ਹੈ। ਸੋ ਇਹ ਫੇਰ ਦੁਆਰਾ ਇੱਕ ਯਤਨ ਕੀਤਾ ਗਿਆ ਕਿ ਤੁਹਾਡੀ ਵੋਕੈਬਲਰੀ, ਤੁਹਾਡਾ ਸ਼ਬਦਕੋਸ਼ ਵਧਾਇਆ ਜਾਵੇ ਤੇ ਤੁਹਾਨੂੰ ਇੰਗਲਿਸ਼ ਵਿੱਚ ਜੋ ਦਿੱਕਤ ਆਉਂਦੀ ਹੈ ਉਸ ਨੂੰ ਦੂਰ ਕੀਤਾ ਜਾਵੇ। ਸੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ, ਫਿਰ ਮੈਂ ਤੁਹਾਨੂੰ ਦੁਬਾਰਾ ਕਹਾਂਗਾ ਇਹਦਾ ਇੰਗਲਿਸ਼ ਦਾ ਪੈਰਾਗ੍ਰਾਫ ਤੇ ਨਾਲ ਹੀ ਪੰਜਾਬੀ ਦਾ ਪੈਰਾਗ੍ਰਾਫ। ਇਹ ਤੁਸੀਂ ਇੱਕ ਲਾਈਨ ਪੰਜਾਬੀ ਦੇ ਨਾਲ ਪੜ੍ਹਨੀ ਹੈ। ਜਿੱਦਾਂ ਤੁਸੀਂ ਪੜ੍ਹਦੇ ਜਾਓਗੇ ਤੁਹਾਨੂੰ ਇੰਗਲਿਸ਼ ਸਮਝ ਆਉਂਦੀ ਜਾਏਗੀ ਤੇ ਆਉਣ ਵਾਲੇ ਸਮੇਂ 'ਚ ਵੱਡੀਆਂ ਕਲਾਸਾਂ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਸੋ ਆਓ ਪੜ੍ਹੀਏ। ਰਮਨ ਵਾਜ਼ ਦ ਡੈਸ਼। 1 ਤੇ ਆਇਆ ਫੇਵਰੇਟ। ਰਮਨ ਵਾਜ਼ ਦ ਫੇਵਰੇਟ ਆਫ ਕਿੰਗ ਕ੍ਰਿਸ਼ਨਦੇਵ ਰਾਏ। ਫੇਵਰੇਟ ਦਾ ਮਤਲਬ ਪਸੰਦੀਦਾ। He was the most dash 2 trusted courtier and the king had full dash 3 number confidence। confidence मतलब ਹੁੰਦਾ है विश्वास, भरोसा in him। all the important dash issues मतलब मुद्दे were discussed विचार करना with him। he was dash 5 number rewarded handsomely बहुत सोहना। हैंडसम ਦਾ ਮਤਲਬ ਸੋਹਣਾ ਹੁੰਦਾ ਹੈ ਤੇ ਜਦੋਂ ਰਿਵਾਰਡ ਹੈਂਡਸਮ ਹੁੰਦਾ ਤਾਂ ਮਤਲਬ ਬਹੁਤ ਸੋਹਣਾ ਉਹਨੂੰ ਇਨਾਮ ਦਿੱਤਾ ਜਾਂਦਾ, ਬਹੁਤ ਅੱਛਾ ਉਸਨੂੰ ਇਨਾਮ ਦਿੱਤਾ ਜਾਂਦਾ। ਬਾਈ ਦ ਕਿੰਗ ਐਵਰੀ ਨਾਓ ਐਂਡ ਦੈਨ, ਹਰ ਵਾਰ, ਨਾਓ ਐਂਡ ਦੈਨ। ਦਿਸ ਮੇਡ ਦ ਅਦਰ ਕੋਰਟੀਅਰਸ ਡੈਸ਼ 6 ਨੰਬਰ ਜੈਲਸ, ਈਰਖਾ ਕਰਨਾ ਆਫ ਦੈਮ। ਦ ਕਿੰਗ ਹੈਡ ਡੈਸ਼ 7 ਨੋਟਿਸਡ, ਉਹਨੇ ਇਹ ਦੇਖ ਲਿਆ ਸੀ। ਦਿਸ ਜੈਲਸੀ ਮੈਨੀ ਅ ਟਾਈਮ, ਕਈ ਵਾਰ। ਮੈਨੀ ਅ ਟਾਈਮ ਮਤਲਬ ਕਈ ਵਾਰ। ਬਟ ਸੈਡ ਨਥਿੰਗ, ਪਰ ਉਸਨੇ ਕੁਛ ਨਹੀਂ ਕਿਹਾ। ਇਹ ਸਾਰਾ ਤੁਹਾਨੂੰ ਮੈਂ ਪੰਜਾਬੀ ਬਣਾ ਰਿਹਾ ਪਰ ਐਗਜ਼ੈਕਟਲੀ ਇਹਦੀ ਜੋ ਪੂਰਾ ਪੈਰਾਗ੍ਰਾਫ ਹੈ ਉਹ ਨੀਚੇ ਦਿੱਤਾ ਗਿਆ। ਜਦ ਤੁਸੀਂ ਇੱਕ ਲਾਈਨ ਤੋਂ ਬਾਅਦ ਇੱਕ ਲਾਈਨ ਦੂਜੀ ਨੀਚੇ ਪੜੋਗੇ ਤਾਂ ਤੁਹਾਨੂੰ ਹਰ ਇੱਕ ਚੀਜ਼ ਬਿਲਕੁਲ ਸਾਫ਼, ਬਿਲਕੁਲ ਕਲੀਅਰ ਹੋ ਜਾਏਗੀ ਤੇ ਇਹੀ ਸਾਡੀ ਇੱਛਾ ਹੈ, ਇਹੀ ਅਸੀਂ ਚਾਹੁੰਦੇ ਹਾਂ। ਦ ਕਿੰਗ ਹੈਡ ਡੈਸ਼ ਨੋਟਿਸਡ ਦਿਸ ਜੈਲਸੀ ਮੈਨੀ ਅ ਟਾਈਮ ਬਟ ਸੈਡ ਨਥਿੰਗ। once they all made a dash 8 plan to get 9 rid of him। एक बार उसने
ਉਹਨਾਂ ਨੇ ਉਸ ਤੋਂ ਪਿੱਛਾ ਛੁਡਾਉਣ ਦਾ, ਉਸ ਛੁਟਕਾਰਾ ਪਾਉਣ ਦਾ ਦੀ ਯੋਜਨਾ ਬਣਾਈ, ਪਲਾਨ ਬਣਾਇਆ। ਸੋ ਇਹ ਇੰਗਲਿਸ਼ ਪੈਰਾਗ੍ਰਾਫ ਹੈ, ਇਹ ਪੰਜਾਬੀ ਪੈਰਾਗ੍ਰਾਫ ਹੈ। ਫਿਰ ਦੁਬਾਰਾ, ਜੇ ਤੁਸੀਂ ਇਸ ਤਰ੍ਹਾਂ ਦੇ ਪੈਰਾਗ੍ਰਾਫਸ ਲਿਖ ਕੇ ਸਮਝਣ ਦੀ ਕੋਸ਼ਿਸ਼ ਕਰੋਗੇ, ਯਾਦ ਕਰੋਗੇ, ਤਾਂ ਬਹੁਤ ਜਲਦੀ ਤੁਹਾਡੀ ਇੰਗਲਿਸ਼ ਹੈ ਕਾਫੀ ਅੱਛੀ ਹੋ ਜਾਏਗੀ। ਤੇ ਇੱਕ ਇੱਥੇ ਮੈਂ ਹੋਰ ਗੱਲ ਕਰਾਂਗਾ, ਜਿਵੇਂ ਤੁਸੀਂ 10ਵੀਂ ਤੋਂ ਬਾਅਦ ਵੱਡੀ ਸਿੱਖਿਆ ਵਾਸਤੇ, ਉਚੇਰੀ ਸਿੱਖਿਆ ਵਾਸਤੇ, ਵੱਡੀ ਪੜ੍ਹਾਈ ਵਾਸਤੇ ਜਾਓਗੇ, ਤਾਂ ਜ਼ਿਆਦਾਤਰ ਸਬਜੈਕਟਸ ਜੋ ਨੇ ਤਾਂ ਇੰਗਲਿਸ਼ ਵਿੱਚ ਨੇ। ਜੇ ਤੁਸੀਂ ਸਾਇੰਸ ਵਿੱਚ ਜਾਓਗੇ ਤਾਂ ਵੀ ਸਾਇੰਸ, ਜੇ ਤੁਸੀਂ ਇੰਗਲਿਸ਼ ਤੁਹਾਡੀ ਅੱਛੀ ਹੋਏਗੀ ਤਾਂ ਤੁਹਾਨੂੰ ਸਾਇੰਸ ਪੜ੍ਹਨ ਵਿੱਚ ਬਹੁਤ ਅੱਛਾ ਮਦਦ ਮਿਲੇਗੀ। ਜੇ ਤੁਸੀਂ ਕਮਰਸ ਜਾਓਗੇ ਤਾਂ ਵੀ ਤੁਹਾਨੂੰ ਇੰਗਲਿਸ਼ ਦੀ ਬਹੁਤ ਲੋੜ ਪਏਗੀ। ਜੇ ਤੁਸੀਂ ਲਿਟਰੇਚਰ 'ਚ ਵੀ ਜਾਓਗੇ ਤਾਂ ਵੀ ਤੁਹਾਨੂੰ ਇੰਗਲਿਸ਼ ਦੀ ਬਹੁਤ ਲੋੜ ਪਏਗੀ। ਜੇ ਤੁਸੀਂ ਆਰਟਸ ਜਾਓਗੇ ਜਾਂ ਅੱਗੇ ਵੀ ਜਾ ਕੇ ਜੇ ਤੁਸੀਂ ਕਿਸੇ ਨੌਕਰੀ ਬਾਰੇ ਜਾਂ ਕਿਸੇ ਆਪਣੇ ਕਰੀਅਰ ਬਾਰੇ ਕੁਝ ਕਰੋਗੇ ਤਾਂ ਇੰਗਲਿਸ਼ ਦੀ ਤੁਹਾਨੂੰ ਬਹੁਤ ਲੋੜ ਪਏਗੀ। ਸੋ ਇਸ ਕਰਕੇ ਮੇਰੀ ਵਾਰ-ਵਾਰ ਬੇਨਤੀ ਹੈ ਕਿ ਜੋ ਮੈਂ ਜਿੱਦਾਂ ਕਰਵਾ ਰਿਹਾ ਉਸ ਤਰ੍ਹਾਂ ਤੁਸੀਂ ਪਲੀਜ਼ ਕਰਦੇ ਰਹੋ। ਤੇ ਫਿਰ ਆਸ ਕਰਦੇ ਹਾਂ ਕਿ ਜੋ ਸਾਡੇ ਸੁਪਨੇ ਨੇ, ਤੁਹਾਡੇ ਸੁਪਨੇ ਨੇ, ਆਪਣੇ ਸੁਪਨੇ ਨੇ, ਉਹ ਸਾਰੇ ਆਪਾਂ ਪੂਰੇ ਕਰ ਪਾਵਾਂਗੇ। ਆਓ ਬੱਚਿਓ ਅੱਗੇ ਵਧੀਏ। ਰਾਈਟ ਈਚ ਵਰਡ ਇਨ ਦ ਕਰੈਕਟ ਗਰੁੱਪ। ਇਹ ਵੀ ਡੂ ਇਟ ਯੋਰਸੈਲਫ ਲਿਖਿਆ ਹੈ, ਇਹ ਤੁਸੀਂ ਆਪ ਹੀ ਕਰਨਾ, ਬਿਲਕੁਲ ਸਿੰਪਲ ਐਕਸਰਸਾਈਜ਼ ਹੈ। ਇਹ ਕੁਝ ਵਰਡਸ ਨੇ ਤੁਹਾਡੀ ਬੁੱਕ ਵਿੱਚ, ਇਹ ਸਿਰਫ ਵਰਡਸ ਹੀ ਦਿੱਤੇ ਹੋਏ ਨੇ, ਪਰ ਇਹ ਤੁਹਾਨੂੰ ਨਾਲ ਇਹਨਾਂ ਦੇ ਮਤਲਬ, ਫਿਰ ਉਹੀ ਗੱਲ ਵੋਕੈਬਲਰੀ, ਠੀਕ ਹੈ। ਜਿਵੇਂ ਤੁਸੀਂ ਯਾਦ ਕਰੋਗੇ ਤੁਹਾਡੀ ਸ਼ਬਦਕੋਸ਼ ਵੱਧਦਾ ਜਾਏਗਾ। ਇਹਦੇ ਨਾਲ ਤੁਹਾਨੂੰ ਇਹਨਾਂ ਦੇ ਪੰਜਾਬੀ 'ਚ ਮਤਲਬ ਦਿੱਤੇ ਗਏ ਨੇ, ਠੀਕ ਹੈ। ਤੇ ਮਤਲਬ ਸਾਹਮਣੇ ਦੇਖਣ ਤੋਂ ਬਾਅਦ ਤੁਹਾਨੂੰ ਉਹਨਾਂ ਨੂੰ, ਇਹਨਾਂ ਦੀ ਤੁਸੀਂ ਕੈਟੇਗਰਾਈਜੇਸ਼ਨ ਕਰਨੀ ਹੈ। ਜੋ ਨਾਉਨ, ਜੋ ਨਾਮ ਨੇ, ਉਹ ਤੁਹਾਨੂੰ ਤੁਸੀਂ ਇੱਥੇ ਲਿਖਣੇ ਹੈ। ਜੋ ਵਰਬਸ ਨੇ, ਜੋ ਕਿਰਿਆਵਾਂ ਨੇ, ਜਿਵੇਂ ਕਿ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ। ਏਬਲ, ਏਬਲ ਕੀ ਹੁੰਦਾ ਹੈ? ਕਾਬਿਲ, ਯੋਗ। ਇਹ ਕੀ ਹੈ? ਇਹ ਕਿਸੇ ਦੀ ਖੂਬੀ ਹੈ, ਕਿਸੇ ਦੀ ਵਿਸ਼ੇਸ਼ਤਾ ਹੈ। ਸੋ ਇਹ ਵਿਸ਼ੇਸ਼ਣ ਹੈ। ਬਸ ਮੈਂ ਤੁਹਾਨੂੰ ਇਸ ਤੋਂ ਅੱਗੇ ਕੁਝ ਨਹੀਂ ਦੱਸਾਂਗਾ। ਤੇ ਵਿਸ਼ੇਸ਼ਣ ਇੱਥੇ ਆਏਗਾ। ਜੇ ਕੋਈ ਐਡਜੈਕਟਿਵ ਹੈ, ਵਿਸ਼ੇਸ਼ਣ ਹੈ, ਤਾਂ ਉਹ ਇੱਥੇ ਲਿਖਿਆ ਜਾਏਗਾ। ਜੇ ਕੋਈ ਕਿਰਿਆ ਹੈ, ਵਰਬ ਹੈ, ਤਾਂ ਉਹ ਇੱਥੇ ਲਿਖੀ ਜਾਏਗੀ। ਜੇ ਨਾਉਨ ਹੈ ਤਾਂ ਇੱਥੇ ਲਿਖਿਆ ਜਾਏਗਾ, ਠੀਕ ਹੈ। तो आओ बच्चों ਅੱਗੇ ਵਧਦੇ ਹਾਂ। ਬਹੁਤ ਹੀ ਸਿੰਪਲ ਐਕਸਰਸਾਈਜ਼ ਹੈ। ਤੁਸੀਂ ਪਹਿਲਾਂ ਵਰਡਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਇਹਨਾਂ ਦੇ ਮਤਲਬ ਨੀਚੇ ਲਿਖੇ ਆ, ਤੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਅਟੈਂਪਟ ਕਰਨਾ। ਆਓ, ਗ੍ਰਾਮਰ ਇਨ ਯੂਜ਼। ਇਹ ਕੋਈ ਕੁਝ ਕਰਨ ਲਾਇਕ ਇਸ 'ਚ ਕੁਝ ਵੀ ਨਹੀਂ ਹੈ, ਤੇ ਸਿਰਫ ਇਹ ਤੁਹਾਡੇ ਨੌਲੇਜ ਦੇ ਵਾਧੇ ਵਾਸਤੇ ਹੈ। ਐਨ ਐਡਵਰਬ ਇਜ਼ ਅ ਵਰਡ। ਐਡਵਰਬ ਕੀ ਹੁੰਦਾ ਹੈ? ਜਿਵੇਂ ਐਡਜੈਕਟਿਵ ਕੀ ਹੁੰਦਾ? ਐਡਜੈਕਟਿਵ ਵਿਸ਼ੇਸ਼ਣ ਹੁੰਦਾ ਹੈ। ਐਡਵਰਬ ਕੀ ਹੁੰਦਾ ਹੈ? ਵਰਬ ਮਤਲਬ ਕਿਰਿਆ, ਤੇ ਐਡਵਰਬ ਕਿਰਿਆ ਵਿਸ਼ੇਸ਼ਣ। ਤੇ ਸਿਰਫ tells how, when and where an action is being done, ਕਿ ਕਿਵੇਂ, ਕਦੋਂ ਤੇ ਕਿੱਥੇ ਜੋ ਐਕਸ਼ਨ ਮਤਲਬ ਜੋ ਕਿਰਿਆ ਹੋ ਰਹੀ ਹੈ ਉਹਦੀ ਇਹ ਵਿਸ਼ੇਸ਼ਤਾਵਾਂ ਨੂੰ ਦੱਸਦਾ ਹੈ। ਇਸ ਨੂੰ ਐਡਵਰਬ ਕਿਹਾ ਜਾਂਦਾ ਹੈ। ਪੰਜਾਬੀ ਜਿਸ ਨੂੰ ਆਪਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਸੋ ਨੰਬਰ 1, he ran slowly। ਉਹ ਦੌੜਿਆ ਕਿਵੇਂ? ਹੌਲੀ ਹੌਲੀ। ਸੋ ਇਹ ਜੋ ਹਾਊ ਦੀ ਇਹ ਕੈਟੇਗਰੀ 'ਚ, ਹਾਊ ਦੀ ਕੰਡੀਸ਼ਨ 'ਚ ਫਾਲ ਕਰਦਾ ਹੈ। ਇਸ ਕਰਕੇ he ran slowly, he ran slowly। ਉਹ ਦੌੜਿਆ ਕਿਵੇਂ? ਹਾਊ, ਹੌਲੀ ਹੌਲੀ। ਨੰਬਰ 2, she came today। ਉਹ ਆਈ ਕਦੋਂ? ਅੱਜ। ਸੋ ਇਹ when। my father has got out। ਮੇਰੇ ਪਿਤਾ ਜੀ ਬਾਹਰ ਚਲੇ ਗਏ ਹਨ। ਕਿੱਥੇ? ਸੋ where, ਠੀਕ ਹੈ। ਇਸ ਕਰਕੇ ਇਹ ਸਿੰਪਲ ਐਕਸਰਸਾਈਜ਼ ਹੈ। ਇਸ 'ਚ ਤੁਸੀਂ ਕਰਨਾ ਕੁਛ ਨਹੀਂ ਹੈ, ਬਸ ਸਿਰਫ ਪੜ੍ਹਨਾ ਹੈ, ਤੇ ਇਹ ਤੁਹਾਨੂੰ ਐਡਵਰਬ ਸਮਝਣ ਵਿੱਚ ਤੁਹਾਡੀ ਮਦਦ ਕਰੇਗੀ। ਕੰਪਲੀਟ ਈਚ ਸੈਂਟੈਂਸ ਯੂਜ਼ਿੰਗ ਅ ਸੂਟੇਬਲ ਐਡਵਰਬ। ਸੋ ਇਹ ਵੀ ਬੱਚਿਓ ਬੜੀ ਸਿੰਪਲ ਐਕਸਰਸਾਈਜ਼ ਹੈ। ਇਹ ਵੀ ਇੱਥੇ ਤੁਹਾਡੇ ਵਾਸਤੇ ਲਿਖਿਆ ਗਿਆ, ਡੂ ਇਟ ਯੋਰਸੈਲਫ। ਤੇ ਤੁਸੀਂ ਇਹ ਐਕਸਰਸਾਈਜ਼ਸ ਕਿਉਂਕਿ 2-3 ਤੁਹਾਨੂੰ ਆਪ ਕਰਨ ਨੂੰ ਕਹਿ ਦਿੱਤੀਆਂ ਗਈਆਂ ਨੇ, ਤੁਸੀਂ ਡਰਨਾ ਨਹੀਂ ਹੈ। ਬੜੀਆਂ ਸਿੰਪਲ ਐਕਸਰਸਾਈਜ਼ਸ ਨੇ, ਤੇ ਨਾਲ ਹੀ ਤੁਹਾਨੂੰ ਐਗਜ਼ਾਮਪਲਸ ਵੀ ਦਿੱਤੀਆਂ ਗਈਆਂ ਨੇ, ਠੀਕ ਹੈ। ਸੋ ਮੈਂ ਪਹਿਲਾ ਜੋ ਹੈ ਤੁਹਾਨੂੰ ਸੋਲਵ ਕਰਕੇ ਦੱਸਿਆ, ਤੇ ਨਾਲ ਹੀ ਇਸ ਐਕਸਰਸਾਈਜ਼ ਨੂੰ ਕਰਨ ਦੇ ਬਹੁਤ ਅਤਿਅੰਤ ਤਰੀਕੇ ਨੇ। ਕੋਈ ਇੱਕ ਵਰਡ ਨਹੀਂ ਹੈ ਜੋ ਇਸ ਫਿਲਅਪ 'ਚ ਆਉਣਾ ਹੈ। ਇਸ 'ਚ 10 ਮਤਲਬ 5, 10, 20 ਬਹੁਤ ਵਰਡਸ ਐਸੇ ਨੇ ਜਿਹੜੇ ਇੱਥੇ ਭਰੇ ਜਾ ਸਕਦੇ ਨੇ। ਤੁਸੀਂ ਸਿਰਫ ਥੋੜਾ ਦਿਮਾਗ ਲਗਾਉਣਾ ਤੇ ਤੁਹਾਨੂੰ ਬੜੀ, ਜਿਵੇਂ ਕਿ ਨੰਬਰ 1, he won't play। ਉਹ ਖੇਲੇਗਾ ਨਹੀਂ। he won't play well, he won't play good, he won't play bad, etc etc etc। ਇਹ ਲਾਈਨ ਬਹੁਤ ਲੰਬੀ ਹੋ ਸਕਦੀ ਹੈ। ਉਹਦੇ ਖੇਡਣ ਦੀਆਂ ਬਹੁਤ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਨੇ। he won't play now। ਬਸ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਫਾਸਟ, ਜਿਵੇਂ ਕਿ ਐਡਵਰਬ ਫਾਸਟ ਹੈ, ਤੇ ਤੁਸੀਂ ਇਸ ਨੂੰ ਫਾਸਟਲੀ ਨਹੀਂ ਲਿਖਣਾ। ਇਹ ਤੁਹਾਨੂੰ ਹਿੰਟ ਦਿੱਤਾ ਗਿਆ, ਇਸ ਨੂੰ ਫਾਸਟਲੀ ਲਿਖ ਕੇ ਨਹੀਂ ਕੀਤਾ ਜਾਊਗਾ।
ठीक है, जिवें बैड लिखिया तो बैडली नहीं लिख सकते आप इसनूं, ठीक है, जिवें कि ही वोंट प्ले बैडली, नो ही वोंट प्ले बैड। सो आओ अगे बढ़ते हैं। फिल इन द ब्लैंक्स विद टू एंड सो। टू का मतलब होंगे बहुत, तो सो का मतलब भी बहुत ही होंगे। तो जिवें कि एग्जाम्पल दी गई है इत्थे, फिर तुसीं देखोगे कि सेंटेंसिस की पंजाबी बनाई गई है थोड़ी सहूलत वास्ते। जिवें तुसीं ये पढ़ोगे तुहानूं और इंग्लिश जो है समझ आती जाऊगी। गोपाल वॉज सो विटी दैट नो वन कुड फूल हिम। ते दूजा जो सेंटेंस है उत्थे गोपाल वॉज टू विटी टू बी फूल्ड। तो जो सो ਆਪਾਂ यूज करते हैं तो ਉਹਦੇ ਨਾਲ ਤੁਹਾਨੂੰ ਡੈਟ ਕਰਕੇ रीजन देना ਪੈਂਦਾ है। ਤੁਸੀਂ ਉਸ गोपाल वॉज सो विटी दैट नो वन कैन फूल हिम, ठीक है। गोपाल बड़ा समझदार सी, इस करके उसनू बेवकूफ नहीं बनाया जा सकता सी, ठीक है। तो यदा मतलब बनेगा गोपाल बेवकूफ बनने वास्ते बहुत ही सियाना या समझदार सी। सो इस दे नाल ही जो एक्सरसाइज है कंप्लीट करके दिखाई गई है। तो जो तुसी इन्हां मैं तुहानूं पढ़ दिना तो नाल ही इत्थे पंजाबी दित्ती गई है। तुसी पंजाबी नाल जो मिला के इन्हां देखोगे तो तुहानूं बहुत ही अच्छी तरह समझ आ जाएगा। द कोर्टियस वर डैश शॉक्ड दैट दे कुड से नथिंग। जो ए जो है ये इस एग्जाम्पल के नाल गलदा मिलदा सेंटेंस है। सो इत्थे जिथे डैट आएगा उत्थे सो आएगा, ठीक है। जिथे भी तुहानूं डैट दिखेगा उत्थे सो आएगा। द कोर्टियस वर सो शॉक्ड दैट दे कुड से नथिंग। इस दे नाल ही जो जे इसी गल नूं आपां जो इसी सेंटेंस नूं इसी तुहाडे एक्सप्रैशन नूं इसी तुहाडी भावना नूं आपां दसना होवे टू यूज करके, द कोर्टियस वर टू शॉक्ड टू से एनीथिंग। नंबर 3, द मिनिस्टर्स वर सो जेलस। इत्थे फिर भी देखो डैट आ गया, सो इस करके इत्थे सो यूज होएगा। द मिनिस्टर्स वर सो जेलस दैट दे डिड नॉट प्रेज गोपाल। ਇਹਦਾ मतलब ਜੇ ਆਪਾਂ ਇੱਥੇ देखिए मंत्री इन्ने खालू सन कि उन्होंने गोपाल की तारीफ नहीं की, ठीक है। प्रेज का मतलब तारीफ। द मिनिस्टर्स वर टू जेलस टू प्रेज गोपाल। मंत्री इन्ने खालू सन कि गोपाल की तारीफ नहीं कर सके। सो जो थोड़ा इमोशन है, जो थोड़ी भावना है, दोनों का मतलब लगभग सेम है, सिर्फ कहने का तरीके का फर्क है। तो इस नाल तुहानूं पता लगे टू कित्थे यूज होंदा है ते सो किवें यूज होंदा है, जबकि दोहां का मतलब भी बहुत होंदा है। तो मतलब च कोई ज़्यादा फर्क नहीं है, सिर्फ इन्हां दी यूजेज, इन्हां दी वरतों च फर्क है। आओ बच्चों अगे वधिए। सो इसी तरह जिवें आपां सो ते टू किया, इसी तरह रीराइट द ईच सेंटेंस यूजिंग टू बहुत ज्यादा एंड टू। इस टू डबल ओ वाले तो इस टू च बहुत फर्क है। डबल ओ वाले टू का मतलब बहुत ज्यादा होंदा है, तो इस टू का मतलब तो होंदा है। इन प्लेस ऑफ सो बहुत ज्यादा, टू ते सो। पिछली एक्सरसाइज आपां कीता है टू ते सो एंड दैट। पिछे आपां देखिया सी की देखिया सी, और दोबारा एक बार देखिए तुहानूं दसीए, जिथे सो यूज होंदा है उत्थे दैट यूज होंदा है, ठीक है। इसी तरह देखो जिथे टू ते टू इकट्ठे यूज होंगे, सो ते दैट इकट्ठे यूज होंगे। जिवें कि तुहानूं एग्जांपल दी गई है, आई एम सो बिजी। सो ये इस दे नाल दा सेंटेंस है, आई एम सो बिजी दैट आई कैनॉट टॉक टू यू। मैं इन्ना मसरूफ हाँ या बिजी हाँ कि मैं तुहाडे नाल गल नहीं कर सकता। तो जे इसी गल नूं इसी तुहाडी भावना नूं ये दो अक्षर यूज करके टू ते टू करके यूज करके दसना होवे तां कहा जाएगा आई एम टू बिजी टू टॉक टू यू। मैं तुहाडे नाल गल करन लई बहुत बिजी हाँ, बहुत मतलब मैं बिजी हाँ। सो अपना टू द न्यूज़ इज, ते तुसी इत्थे देखोगे न्यूज़ ये प्लूरल लगता, देखने जिदा लगता है बहुवचन है, पर इहदे नाल इज यूज किया गया क्योंकि न्यूज़ जो है ये देखने नूं लग सकता है कि प्लूरल है, एक्चुअली ये सिंगुलर है, ठीक है। ये न्यूज़ इज अ सिंगुलर वर्ड। द न्यूज़ इज सो गुड दैट इट कैनॉट बी ट्रू। जो खबर है वो इन्नी अच्छी है कि वह सच नहीं हो सकती। तो इस दे नाल ही जे आपां इसनूं टू ते टू यूज करांगे, द न्यूज़ इज टू गुड टू बी ट्रू। द न्यूज़ इज टू गुड टू बी ट्रू। तो जो टू ते टू इसी तरह सो ते डैट जे तुसी वरतों करदे हो यूज करदे हो, ये तुहाडी अंग्रेजी नूं बहुत ही सोहना बना दिंदा है।
ਤੁਸੀਂ ਦੇਖੋਗੇ ਕਿੰਨੇ ਸੋਹਣੇ ਸੈਂਟੈਂਸਿਸ ਨੇ ਤੇ ਤੁਸੀਂ ਇਹਦੀ ਪ੍ਰੈਕਟਿਸ ਕਰੋ। ਨੰਬਰ 3 ਨੰਬਰ 3 ਇਟ ਵਾਸ ਸੋ ਡਾਰਕ, ਡਾਰਕ ਦਾ ਮਤਲਬ ਹਨੇਰਾ, ਕਾਲਾ। ਇਟ ਵਾਸ ਸੋ ਡਾਰਕ ਡੈਟ ਆਈ ਕੁਡ ਨਾਟ ਸੀ ਐਨੀਥਿੰਗ, ਇਟ ਵਾਸ ਸੋ ਡਾਰਕ ਟੂ ਸੀ ਐਨੀਥਿੰਗ। ਇਹਨਾਂ ਦੋਨਾਂ ਦਾ ਮਤਲਬ ਸੇਮ ਹੈ, ਸਿਰਫ ਇਹ ਦੋ ਅਕਸ਼ਰ ਤੇ ਇਹ ਦੋ ਅਕਸ਼ਰਾਂ ਦੀ, ਇਹ ਦੋ ਵਰਡਸ ਦੀ ਵਰਤੋਂ ਕਰਕੇ ਦਿਖਾਇਆ ਗਿਆ। ਇਟ ਵਾਸ ਸੋ ਡਾਰਕ ਡੈਟ ਆਈ ਕੁਡ ਨਾਟ ਸੀ ਐਨੀਥਿੰਗ, ਇਟ ਵਾਸ ਟੂ ਡਾਰਕ ਟੂ ਸੀ ਐਨੀਥਿੰਗ। ਠੀਕ ਹੈ। 4 ਨੰਬਰ 4 ਸ਼ੀ ਵਾਸ ਸੋ ਲੇਟ that she could not catch the train, ਉਹ ਇੰਨੀ ਲੇਟ ਸੀ ਕਿ ਉਹ ਟ੍ਰੇਨ ਜੋ ਰੇਲ ਗੱਡੀ ਹੈ, ਜੋ ਰੇਲ ਹੈ, ਉਸ ਨੂੰ ਕੈਚ ਫੜ ਨਹੀਂ ਪਾਈ। she was too late to catch train, ਉਹ ਰੇਲ ਗੱਡੀ ਨੂੰ ਫੜਨ ਵਾਸਤੇ ਕਾਫੀ ਲੇਟ ਸੀ। ਸੋ ਦੋਨੋਂ ਦਾ ਮਤਲਬ ਸੇਮ ਹੀ ਹੈ, ਸਿਰਫ ਕਹਿਣ ਦਾ ਤਰੀਕਾ ਅਲੱਗ ਹੈ, ਵਰਡਸ ਦੀ ਯੂਸੇਜ ਦਾ ਤਰੀਕਾ ਅਲੱਗ ਹੈ। ਨੰਬਰ 5 the question was so difficult that I could not answer it, ਆਂਸਰ ਮਤਲਬ ਜਵਾਬ ਦੇਣਾ। The question was too difficult to answer it, ਸੋ ਇਹ ਉਸੇ ਤਰ੍ਹਾਂ ਦਾ ਇੱਕ ਹੋਰ ਸੈਂਟੈਂਸ ਹੈ। ਚਲੋ ਆਓ ਬੱਚਿਓ, ਤੇ ਇਹ ਵੀ ਤੁਸੀਂ ਆਪਣੀ ਕਾਫੀ ਇੰਪੋਰਟੈਂਟ ਐਕਸਰਸਾਈਜ਼ ਹੈ, ਤੇ ਇਹ ਤੁਸੀਂ ਵੈਸੇ ਸਾਰੀਆਂ ਹੀ ਐਕਸਰਸਾਈਜ਼ਸ ਤੁਸੀਂ ਆਪਣੀ ਕਾਪੀ ਤੇ ਲਿਖਣੀ ਹੈ ਤੇ ਯਾਦ ਕਰਨੀ ਹੈ। ਠੀਕ ਹੈ, ਤੇ ਇਹਨੂੰ ਵੀ ਇਸ ਤਰ੍ਹਾਂ ਆਪਣੀ ਕਾਪੀ ਤੇ ਲਿਖਣਾ ਹੈ। ਆਓ ਜੀ ਅੱਗੇ ਵਧੀਏ। ਸੋ ਪ੍ਰੋਨਾਊਂਸੀਏਸ਼ਨ, ਇਹ ਫਿਰ ਤੁਹਾਡੀ ਵੋਕੈਬੂਲਰੀ 'ਚ ਜੋ ਤੁਹਾਡੇ ਸ਼ਬਦਕੋਸ਼ 'ਚ ਇਜ਼ਾਫਾ ਹੋ ਰਿਹਾ। ਪ੍ਰੋਨਾਊਂਸੀਏਸ਼ਨ ਕੀ ਹੁੰਦੀ ਹੈ? ਉਚਾਰਨ, ਕਿਸੇ ਸ਼ਬਦ ਨੂੰ ਕਿੱਦਾਂ ਬੋਲਿਆ ਜਾਏਗਾ। ਠੀਕ ਹੈ, ਸੋ ਇਹ ਐਕਸਰਸਾਈਜ਼ ਉਸ ਨਾਲ ਸੰਬੰਧ ਹੈ। ਸੇ ਈਚ ਪੇਅਰ ਆਫ ਵਰਡਸ ਅਲਾਉਡ, ਅਲਾਉਡ ਮੈਨੇ ਉੱਚੀ ਆਵਾਜ਼ ਵਿੱਚ। ਨੋਟ ਦ ਲੌਂਗ ਐਂਡ ਸ਼ਾਰਟ ਸਾਊਂਡ ਇਨ ਈਚ ਪੇਅਰ। ਠੀਕ ਹੈ, ਹੁਣ ਜੇ ਤੁਸੀਂ ਲਿਵ, ਲਾਈਵ ਤੇ ਲੀਵ ਦੇਖੋ, LIVE ਲਾਈਵ, ਇਹ ਦੇਖੋ ਤੁਹਾਨੂੰ ਜੋ ਸਾਰੇ ਵਰਡਸ ਦੀ ਜੋ ਪ੍ਰੋਨਾਊਂਸੀਏਸ਼ਨ ਹੈ ਉਹ ਪੰਜਾਬੀ ਵਿੱਚ ਲਿਖ ਕੇ ਦਿੱਤੀ ਗਈ ਹੈ ਤਾਂ ਕਿ ਤੁਹਾਨੂੰ ਆਸਾਨੀ ਨਾਲ ਇਹ ਸਮਝ ਆ ਜਾਵੇ। ਠੀਕ ਹੈ, ਤਾਂ ਐਕਸਰਸਾਈਜ਼ ਤੁਹਾਡੇ ਵਾਸਤੇ ਬਹੁਤ ਹੀ ਆਸਾਨ ਕੀਤੀ ਗਈ ਹੈ, ਇਸ ਕਰਕੇ ਇਸ ਨੂੰ ਤੁਸੀਂ ਪ੍ਰੈਕਟਿਸ ਕਰੋ ਤੇ ਕਦੀ ਵੀ ਇਸ ਦੀ ਗਲਤੀ ਨਾ ਕਰੋ। ਆਮ ਮੈਂ ਦੇਖਣ ਜਾਂਦਾ ਹੈ ਕਿ ਜੋ ਬੱਚੇ ਜਿਨ੍ਹਾਂ ਦੀ ਇੰਗਲਿਸ਼ ਕਮਜ਼ੋਰ ਹੁੰਦੀ ਹੈ ਉਹ LIV ਨੂੰ ਲਿਵ ਪੜ੍ਹਨ ਦੀ ਕੋਸ਼ਿਸ਼ ਕਰਦੇ ਹੈ। ਇਸ ਤਰ੍ਹਾਂ ਨਹੀਂ ਹੈ ਬੱਚਿਓ, LIVE ਲਾਈਵ, LEAVE ਲੀਵ, DAY ਡੇ, DIE die, IT it, EAT eat, WAY way, YWHY why, HIT hit, HEAT heat। ਸੋ ਮੇਰੇ ਜੋ ਪ੍ਰੋਨਾਊਂਸੀਏਸ਼ਨ ਹੈ, ਮੇਰਾ ਉਚਾਰਨ ਹੈ, ਇਸ ਨੂੰ ਧਿਆਨ ਨਾਲ ਤੁਸੀਂ ਸੁਣਨਾ ਹੈ ਤੇ ਪੰਜਾਬੀ ਸਾਹਮਣੇ ਲਿਖੀ ਹੋਈ ਹੈ, ਤੁਹਾਨੂੰ ਦਿੱਕਤ ਕੋਈ ਨਹੀਂ ਆਣੀ, ਪਰ ਫਿਰ ਵੀ ਸੁਣ ਕੇ ਉਸ ਨੂੰ ਬੋਲਣ ਦੀ ਕੋਸ਼ਿਸ਼ ਕਰਨੀ ਹੈ। MAY may, MY my, FAST fast, FIST fist, HOW how, HIGH high, LAST last, LIST list, FOWL foul, FILE file। ਸੋ ਇਸ ਦੇ ਨਾਲ ਹੀ ਪ੍ਰੋਨਾਊਂਸੀਏਸ਼ਨ ਦੀ ਅਗਲੀ ਐਕਸਰਸਾਈਜ਼ ਹੈ। ਇਹਦੇ ਵਿੱਚ ਐਸ ਦੀ ਜੋ ਆਵਾਜ਼ ਹੈ ਉਹ ਕਈ ਥਾਵਾਂ ਤੇ ਸ ਨਿਕਲਦੀ ਹੈ, ਸ ਦੀ ਆਵਾਜ਼ ਕੱਢਦਾ ਤੇ ਕਈ ਥਾਵਾਂ ਤੇ ਜ਼ ਦੀ ਆਵਾਜ਼ ਕੱਢਦਾ। ਸੋ ਇਸੇ ਤਰ੍ਹਾਂ ਇਹ ਤੁਸੀਂ ਦੇਖੋ, ਪੰਜਾਬੀ ਤੁਹਾਡੇ ਸਾਹਮਣੇ ਲਿਖੀ ਹੋਈ ਹੈ। HISS ਹਿਸ, HIS ਹਿਸ, CASE ਕੇਸ, PHASE ਫੇਸ, LOSS ਲਾਸ, LOSS ਲੂਜ਼। ਸੋ ਇਹ ਇੱਥੇ ਗਲਤ ਲਿਖਿਆ ਗਿਆ, LOOSE, LOOSE ਲੂਜ਼। ਸੋ ਜੋ ਇਹ ਦੋਨੋਂ ਸੀਜ਼ ਨੇ, SEES ਤੇ CESE, ਇਹ ਬੋਲਣ 'ਚ ਸੇਮ ਹੀ ਹੁੰਦੇ ਨੇ, ਇਹਨਾਂ ਦੋਹਾਂ ਨੂੰ ਸੀਜ਼ ਕਿਹਾ ਜਾਏਗਾ। HOUSE ਹਾਊਸ, HOUSES ਹਾਊਸਿਸ। ਸੋ ਦੇਖੋ ਇਹ ਕਈ ਥਾਵਾਂ ਤੇ ਐਸ ਜ਼ ਦੀ ਆਵਾਜ਼ ਕੱਢਦਾ ਤੇ ਕਈ ਥਾਵਾਂ ਤੇ ਸ ਦੀ ਆਵਾਜ਼ ਕੱਢਦਾ ਹੈ। ਸੋ ਆਓ ਬੱਚੋ ਇੱਥੇ ਅੱਗੇ ਵਧਦੇ ਹਾਂ, ਇਹ ਮੈਂ ਤੁਹਾਨੂੰ ਦੁਬਾਰਾ ਦੱਸਦਾ, ਇੱਥੇ ਠੀਕ ਕਰ ਲਿਓ, LOOSE ਲੂਜ਼। ਫੇਰ ਪ੍ਰੋਨਾਊਂਸੀਏਸ਼ਨ ਹੈ ਤੇ ਇਹ ਤੁਸੀਂ ਇਸ ਵਿੱਚ ਸਿਰਫ ਤੇ ਸਿਰਫ W ਤੇ V ਦੋਨੇ ਵਾਵੇ ਨੇ, ਦੋਨੋਂ ਵ ਦੀ ਆਵਾਜ਼ ਕੱਢਦੇ ਨੇ, ਤੇ ਸਿਰਫ ਜਦੋਂ ਤੁਸੀਂ ਇਸ ਨੂੰ ਬੋਲਣਾ ਹੈ ਉਹ ਤੁਹਾਡੇ ਮੂੰਹ ਦੀ ਜੋ ਹਵਾ ਤੁਸੀਂ ਰਿਲੀਜ਼ ਕਰਨੀ ਹੈ ਤੇ ਉਹਦੇ ਮੁਤਾਬਕ ਇਸ ਦੀ ਆਵਾਜ਼ ਨਿਕਲਣੀ ਹੈ। ਮੈਂ ਸਿਰਫ ਤੁਹਾਨੂੰ ਬੋਲ ਕੇ ਸੁਣਾਊਂਗਾ, ਤੁਸੀਂ ਸੁਣ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੇ ਜਦੋਂ ਆਪਾਂ W ਬੋਲਣਾ ਤਾਂ ਮੂੰਹ ਖੋਲ ਕੇ ਬੋਲਣਾ, ਜਿਵੇਂ ਕਿ ਦੇਖੋ, ਵਰਸ, ਵਰਸ, ਵੈਟ, ਵੈਟ, ਵੈਸਟ, ਵੈਸਟ। ਤੁਹਾਨੂੰ ਸੁਣਨ 'ਚ ਬਿਲਕੁਲ ਸੇਮ ਲੱਗਣਗੇ, ਪਰ
बिल्कुल माइन्यूट, बहुत स्लाइट, बहुत ही छोटा फर्क है। वेल, वेल, वाइल, वाइल। सो दोनों वावे ਦੀ ਆਵਾਜ਼ ਕੱਢਦੇ ਨੇ ਔਰ ਥੋੜਾ ਬੋਲਣ ਦੇ ਤਰੀਕੇ ਵਿੱਚ ਹੀ ਫਰਕ ਹੈ ਤੇ ਬਹੁਤ ਹੀ ਹਲਕਾ ਜਿਹਾ ਇਹਨਾਂ ਦੀ ਧੁਨੀ ਚ ਵਿੱਚ ਫਰਕ ਹੈ। ਸੋ ਜਿਵੇਂ ਪ੍ਰੈਕਟਿਸ ਨਾਲ ਜਾਂ ਸੁਣਨ ਨਾਲ ਤੁਹਾਨੂੰ ਇਹ ਹੌਲੀ ਹੌਲੀ ਬਿਲਕੁਲ ਠੀਕ ਹੋ ਜਾਏਗਾ। ਆਓ ਅੱਗੇ ਵਧਦੇ ਹਾਂ। ਸੋ ਇਹ ਕੰਪੋਜੀਸ਼ਨ ਰਾਈਟਿੰਗ ਹੈ। ਸਪੋਜ਼ ਇਹਦੇ ਵਿੱਚ ਵੀ ਜਦ ਕਿ ਇਹ ਜੋ ਐਕਸਰਸਾਈਜ਼ ਹੈ ਇਸ ਵਿੱਚ ਇਸ ਦੀ ਜ਼ਰੂਰਤ ਨਹੀਂ ਹੈ ਇਸ ਦੀ ਪੰਜਾਬੀ ਬਣਾਉਣ ਦੀ, ਪਰ ਜੋ ਮੇਰਾ ਥਰਸਟ ਹੈ, ਜੋ ਮੇਰਾ ਜ਼ੋਰ ਹੈ ਉਹ ਇसी ਗੱਲ ਤੇ ਰਹੇਗਾ ਕਿ ਤੁਹਾਡੀ ਇੰਗਲਿਸ਼ ਬਹੁਤ ਅੱਛੀ ਹੋ ਜਾਏ। ਲੈਸਨ ਤਾਂ ਤੁਸੀਂ ਸਕੂਲ ਵਿੱਚ ਵੀ ਪੜ੍ਹਦੇ ਹੋ, ਟਿਊਸ਼ਨ 'ਚ ਵੀ ਪੜ੍ਹਦੇ ਹੋ, ਪਰ ਜੋ ਇਹ ਵੀਡੀਓ ਹੈ ਇਹ ਦੇਖਣ ਤੋਂ ਬਾਅਦ ਮੈਂ ਤਾਂ ਚਾਹੁੰਦਾ ਹਾਂ ਕਿ ਇਸ ਲੈਸਨ ਬਾਰੇ ਤੁਹਾਨੂੰ ਇਨਸਾਈਡ ਆਊਟ, ਅੰਦਰ ਬਾਹਰ ਸਭ ਪਤਾ ਚੱਲ ਜਾਏ ਤੇ ਤੁਹਾਡੀ ਜੋ ਸ਼ਬਦਕੋਸ਼ ਹੈ ਤੇ ਅੰਗਰੇਜ਼ੀ ਦੀ ਸਮਝ ਹੈ, ਇੰਗਲਿਸ਼ ਦੀ ਅੰਡਰਸਟੈਂਡਿੰਗ ਹੈ ਉਹ ਹੋਰ ਅੱਛੀ ਹੋਵੇ। ਸੋ ਆਓ ਇਹਨੂੰ ਦੇਖਦੇ ਹਾਂ। ਸਪੋਜ਼ ਗੋਪਾਲ ਮੀਟਸ ਦ ਕਿੰਗ, ਇਸ ਦਾ ਮਤਲਬ ਇੱਥੇ ਦਿੱਤਾ ਗਿਆ ਗੋਪਾਲ, ਮੰਨ ਲਓ ਗੋਪਾਲ ਉਸੇ ਸ਼ਾਮ ਰਾਜੇ ਨੂੰ ਮਿਲਦਾ ਹੈ। ਪੈਨ ਡਾਊਨ ਐਨ ਇਮੈਜਿਨਰੀ, ਇਮੈਜਿਨਰੀ ਹੁੰਦਾ ਕਾਲਪਨਿਕ ਮਤਲਬ ਖਿਆਲੀ, ਡਾਇਲੌਗ ਵਾਰਤਾਲਾਪ ਬਿਟਵੀਨ ਦ ਟੂ ਅਬਾਊਟ ਦ ਇੰਸੀਡੈਂਟ ਡੈਟ ਟੁਕ ਪਲੇਸ ਇਨ ਦ ਕੋਰਟ ਦੈਟ ਡੇ। ਜਿਸ ਦਿਨ ਇਹ ਕੋਰਟ ਦੇ ਵਿੱਚ ਘਟਨਾ ਹੋਈ ਹੈ, ਗੋਪਾਲ ਨੇ ਆਪਣੀ ਅਕਲਮੰਦੀ ਸਿੱਧ ਕੀਤੀ ਹੈ, ਉਸ ਦਿਨ ਸ਼ਾਮ ਨੂੰ ਗੋਪਾਲ ਰਾਜਾ ਨੂੰ ਮਿਲਦਾ ਹੈ ਤੇ ਉਹਨਾਂ ਵਿੱਚ ਹੋਈ ਕਾਲਪਨਿਕ ਵਾਰਤਾਲਾਪ ਨੂੰ ਪੈਨ ਡਾਊਨ ਲਿਖੋ। ਪੈਨਿੰਗ ਡਾਊਨ, ਜੇ ਤੁਹਾਨੂੰ ਪੈਨ ਡਾਊਨ ਕਿਹਾ ਜਾਂਦਾ ਤਾਂ ਪੈਨ ਤੁਸੀਂ ਨੀਚੇ ਨਹੀਂ ਰੱਖ ਦੇਣਾ, ਇਸ ਦਾ ਮਤਲਬ ਹੈ ਕਿ ਤੁਸੀਂ ਉਸਨੂੰ ਲਿਖੋ। ਸੋ ਆਓ ਇਹਦੀ ਜੋ ਛੋਟੀ ਜਿਹੀ ਵਾਰਤਾਲਾਪ ਹੈ ਇਹ ਲਿਖਦੇ ਹਾਂ। ਇਹ ਤੁਸੀਂ ਪੜ੍ਹ ਲਓ, ਤੁਹਾਡੇ ਵਾਸਤੇ ਲਿਖੀ ਗਈ ਹੈ ਤੇ ਤੁਹਾਨੂੰ ਕਾਫੀ ਮਦਦ ਕਰੇਗੀ। ਕਿੰਗ ਗੋਪਾਲ, ਟੁਡੇ ਇਨ ਦ ਕੋਰਟ ਯੂ ਪ੍ਰੂਵਡ ਦੈਟ ਹਾਊ ਵਿਟੀ ਐਂਡ ਇੰਟੈਲੀਜੈਂਟ ਯੂ ਆਰ। ਤੇ ਨਾਲ ਮੈਂ ਪੰਜਾਬੀ ਪੜਾਂਗਾ। ਗੋਪਾਲ ਰਾਜਾ, ਰਾਜਾ ਨੇ ਕੀ ਕਿਹਾ? ਗੋਪਾਲ, ਅੱਜ ਦਰਬਾਰ ਵਿੱਚ ਤੁਸੀਂ ਸਾਬਤ ਕਰ ਦਿੱਤਾ ਕਿ ਤੁਸੀਂ ਕਿੰਨੇ ਸਿਆਣੇ ਅਤੇ ਬੁੱਧੀਮਾਨ ਹੋ। ਤੇ ਅੱਗੋਂ ਗੋਪਾਲ ਕੀ ਕਹਿੰਦਾ ਹੈ? ਗੋਪਾਲ, ਯੂਰ ਮੈਜੈਸਟੀ, ਐਕਚੁਅਲੀ ਇਟ ਵਾਜ਼ ਯੂ ਹੈਂਡਲਡ ਦ ਸਿਚੁਏਸ਼ਨ ਵੈਲ। ਮਹਾਰਾਜ, ਅਸਲ ਤੁਸੀਂ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ। ਕਿੰਗ, ਰਾਜਾ ਅੱਗੋਂ ਕੀ ਕਹਿੰਦਾ ਹੈ? ਯੂ ਆਰ ਸੋ ਗੁੱਡ ਐਟ ਪਿਕਿੰਗ ਯੂਰ ਵਰਡਸ ਅਗੇਂਸਟ ਦ ਮਿਨਿਸਟਰਸ ਐਂਡ ਕੋਰਟੀਅਰਸ। ਰਾਜਾ ਕੀ ਕਹਿੰਦਾ ਹੈ? ਰਾਜਾ, ਤੁਸੀਂ ਮੰਤਰੀਆਂ ਅਤੇ ਦਰਬਾਰੀਆਂ ਦੇ ਵਿਰੁੱਧ ਆਪਣੇ ਸ਼ਬਦਾਂ ਨੂੰ ਚੁਣਨ ਵਿੱਚ ਬਹੁਤ ਚੰਗੇ ਸੀ। ਉਸਨੇ ਬਹੁਤ ਹੀ ਅਕਲਮੰਦੀ ਨਾਲ ਜੋ ਆਪਣੇ ਸਵਾਲਾਂ ਨੂੰ, ਆਪਣੇ ਸੁਜੈਸ਼ਨਸ ਨੂੰ, ਕਿ ਉਹਨੇ ਕਿਹਾ ਸੀ ਉਹਨੂੰ ਸੋਨੇ ਦੀਆਂ ਮੋਹਰਾਂ ਦੇ ਦਿਓ ਜਾਂ ਜ਼ਮੀਨ ਦਾ ਟੁਕੜਾ ਦੇ ਦਿਓ, ਬਹੁਤ ਹੀ ਧਿਆਨ ਨਾਲ ਉਸਨੇ ਆਪਣੇ ਸ਼ਬਦਾਂ ਦੀ ਵਰਤੋਂ ਕੀਤੀ ਤੇ ਉਹ ਸ਼ਬਦਾਂ ਦੇ ਜਾਲ ਵਿੱਚ ਮੰਤਰੀਆਂ ਅਤੇ ਦਰਬਾਰੀਆਂ ਨੂੰ ਉਲਝਾ ਲਿੱਤਾ। ਇਸੀ ਗੱਲ ਦਾ ਜੋ ਰਾਜਾ ਇਸ ਨੂੰ ਸ਼ਾਬਾਸ਼ੀ ਦੇ ਰਿਹਾ ਕਿ ਤੁਸੀਂ ਆਪਣੀ ਜੋ ਸ਼ਬਦਾਂ ਦੀ ਚੋਣ ਸੀ ਤੁਹਾਡੀ ਬਹੁਤ ਅੱਛੀ ਸੀ। ਗੋਪਾਲ, ਥੈਂਕ ਯੂ ਯੂਰ ਮੈਜੈਸਟੀ। ਗੋਪਾਲ ਬੋਲਦਾ ਧੰਨਵਾਦ ਮਹਾਰਾਜ। ਅੱਗੋਂ ਫਿਰ ਜੋ ਰਾਜਾ ਕਿੰਗ ਦੁਬਾਰਾ ਕੀ ਕਹਿੰਦਾ ਹੈ? ਕਿੰਗ, ਆਈ ਥਿੰਕ ਨਾਓ ਦ ਮਿਨਿਸਟਰਸ ਐਂਡ ਕੋਰਟੀਅਰਸ ਹੈਵ ਲਰਨਡ ਦੇਅਰ ਲੈਸਨ। ਮੈਨੂੰ ਲੱਗਦਾ ਹੈ ਕਿ ਹੁਣ ਮੰਤਰੀਆਂ ਤੇ ਦਰਬਾਰੀਆਂ ਨੇ ਆਪਣਾ ਸਬਕ ਸਿੱਖ ਲਿਆ ਹੈ। ਤੇ ਗੋਪਾਲ ਕੀ ਕਹਿੰਦਾ? ਗੋਪਾਲ, ਆਈ ਥਿੰਕ ਯੂ ਆਰ ਰਾਈਟ ਯੂਰ ਮੈਜੈਸਟੀ। ਗੋਪਾਲ, ਮੈਨੂੰ ਲੱਗਦਾ ਹੈ ਕਿ ਤੁਸੀਂ ਸਹੀ ਹੋ ਮਹਾਰਾਜ। ਕਿੰਗ ਤੇ ਅੱਗੇ ਫਿਰ ਰਾਜਾ ਕੀ ਆਖਦਾ ਹੈ? ਆਈ ਐਮ ਪ੍ਰਾਊਡ ਆਫ ਯੂ ਗੋਪਾਲ। ਮੈਨੂੰ ਤੁਹਾਡੇ ਤੇ ਮਾਣ ਹੈ ਗੋਪਾਲ, ਕਿਉਂਕਿ ਉਸਨੂੰ ਮਾਣ ਤਾਂ ਹੈ ਕਿ ਗੋਪਾਲ ਬਹੁਤ ਹੀ ਅਕਲਮੰਦ ਹੈ ਤੇ ਉਸਦਾ ਬਹੁਤ ਹੀ ਪਸੰਦੀਦਾ ਹੈ ਤੇ ਇਸ ਕਰਕੇ ਉਸਨੂੰ ਉਸ ਤੇ ਮਾਣ ਹੈ। ਅੱਗੋਂ ਗੋਪਾਲ ਕੀ ਕਹਿੰਦਾ? ਥੈਂਕ ਯੂ ਯੂਰ ਮੈਜੈਸਟੀ। ਗੋਪਾਲ ਅੱਗੋਂ ਕੀ ਕਹਿੰਦਾ ਹੈ? ਤੁਹਾਡਾ ਧੰਨਵਾਦ ਮਹਾਰਾਜ। ਸੋ ਇੱਕ ਇਮੈਜਿਨਰੀ, ਇੱਕ ਕਾਲਪਨਿਕ ਵਾਰਤਾਲਾਪ ਤੁਹਾਡੇ ਵਾਸਤੇ ਲਿਖੀ ਗਈ ਹੈ। ਤੁਸੀਂ ਇਸ ਨੂੰ ਯਾਦ ਕਰੋ, ਇਸ ਨੂੰ ਸਮਝੋ ਤੇ ਆਓ ਬੱਚਿਓ ਅੱਗੇ ਵਧਦੇ ਹਾਂ। ਇੱਕ ਵੀ ਕੰਪੋਜੀਸ਼ਨ ਰਾਈਟਿੰਗ ਹੈ ਤੇ ਇਸੇ ਤਰ੍ਹਾਂ ਦੀ ਇਹਦੇ ਚ ਤੁਸੀਂ ਦੇਖੋ ਦੇयर ਆਰ ਮੈਨੀ ਹਿਊਮਰਸ। ਹਿਊਮਰਸ ਦਾ ਮਤਲਬ ਹੁੰਦਾ ਹੈ ਕਾਮੇਡੀ, ਕਾਮੇਡੀ ਮਤਲਬ ਮਜ਼ਾਕੀਆ ਸਟੋਰੀਜ਼ ਅਬਾਊਟ ਕਿੰਗ ਅਕਬਰ ਐਂਡ ਬੀਰਬਲ। ਅਕਬਰ ਤੇ ਬੀਰਬਲ ਦੀਆਂ ਕਹਾਣੀਆਂ ਤੁਸੀਂ ਵੀ ਸੁਣੀਆਂ ਹੋਣਗੀਆਂ। ਸੋ ਰੀਪਰੋਡਿਊਸ ਬਰੀਫਲੀ, ਰੀਪਰੋਡਿਊਸ ਮੈਨੇ ਹੁੰਦਾ ਦੁਬਾਰਾ ਇਸ ਨੂੰ ਬੋਲ ਕੇ ਦੱਸਣਾ ਜਾਂ ਦੁਬਾਰਾ ਕਿਸੇ ਕਾਗਜ਼ ਤੇ ਲਿਖਣਾ। ਕੋਈ ਵੀ ਚੀਜ਼ ਨੂੰ ਦੁਬਾਰਾ ਕ੍ਰੀਏਟ ਕਰਨ ਨੂੰ ਰੀਪਰੋਡਿਊਸ ਕਹਾਂਗੇ। ਬਰੀਫਲੀ, ਐਨੀ ਇਨ ਯੋਰ ਓਨ ਵਰਡਸ, ਕਿਸੇ ਵੀ ਇੱਕ ਨੂੰ ਆਪਣੇ ਅੱਖਰਾਂ ਵਿੱਚ ਲਿਖੋ। ਸੋ ਇਹਦੇ ਨਾਲ ਹੀ ਤੁਸੀਂ ਅਗਲਾ ਜੋ ਪੇਜ ਹੈ ਇਸ ਤੇ ਦੇਖੋਗੇ ਸਾਰੀ ਕਹਾਣੀ ਦੀ ਪੰਜਾਬੀ ਦਿੱਤੀ ਗਈ ਹੈ ਤੇ ਇਹ ਤੁਸੀਂ ਦੋਨੋਂ ਜਦ ਕਹਾਣੀਆਂ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਪੜ੍ਹੋਗੇ ਤਾਂ ਤੁਹਾਨੂੰ ਕਈ ਨਵੇਂ ਅਕਸ਼ਰ ਪੜ੍ਹਨ ਨੂੰ ਮਿਲਣਗੇ ਤੇ ਇੰਗਲਿਸ਼ ਜੋ ਹੈ ਇਸੇ ਤਰ੍ਹਾਂ ਪ੍ਰੈਕਟਿਸ ਨਾਲ ਹੌਲੀ ਹੌਲੀ ਜੋ ਤੁਹਾਡੀ ਅੰਗਰੇਜ਼ੀ ਹੈ, ਜੋ ਇੰਗਲਿਸ਼ ਹੈ ਤੁਹਾਡੀ ਕਾਫੀ ਅੱਛੀ ਹੁੰਦੀ ਚਲੀ ਜਾਏਗੀ। ਚਲੋ ਮੈਂ ਤੁਹਾਡੇ ਵਾਸਤੇ ਪੜ੍ਹ ਕੇ ਸੁਣਾਉਣਾ ਬੱਚਿਓ। ਵਨ ਫਾਈਨ ਡੇ, ਇੱਕ ਬਹੁਤ ਹੀ ਅੱਛੇ ਦਿਨ, ਅਕਬਰ ਲॉस्ट ਹਿਸ रिंग।
When Birbal arrived in the court, Akbar told him, I have lost my ring. My father had given it to me as a gift. Gift ਦਾ ਮਤਲਬ ਹੁੰਦਾ ਤੋਹਫਾ. Please help me find it. Birbal said, Do not worry. Worry ਮਤਲਬ ਚਿੰਤਾ ਨਾ ਕਰੋ. Your Majesty, ਰਾਜਾ. I will find your ring right now. Right now ਦਾ ਮਤਲਬ ਹੁੰਦਾ ਤੁਰੰਤ, ਹੁਣੇ ਹੀ. He said, ਉਸਨੇ ਕਿਹਾ, Your Majesty, the king is here in the court itself. It is with one of the courtiers. The courtier who has a straw. Straw ਮਤਲਬ ਹੁੰਦਾ ਹੈ ਪਰਾਲੀ, ਤਿਨਕਾ. In his beard. Beard ਦਾ ਮਤਲਬ ਹੁੰਦਾ ਦਾੜੀ. Has your ring. The courtier who had the emperor's ring. Emperor ਦਾ ਮਤਲਬ ਹੁਕਮਰਾਨ, ਰਾਜਾ. Shocked, was shocked. ਉਹ ਬਿਲਕੁਲ ਹੈਰਾਨ ਹੋ ਗਿਆ. And immediately, ਅਤੇ ਤੁਰੰਤ. Immediate ਦਾ ਮਤਲਬ ਹੁੰਦਾ ਤੁਰੰਤ. Moved his hand over his beard. Birbal noticed this act of the courtier. He immediately pointed towards the courtier and said, Please search this man. He has the emperor's ring. Akbar could not understand. Understand मतलब समझ आना. How Birbal had managed to find the ring. Birbal then told Akbar that a guilty मतलब ਹੁੰਦਾ है कसूरवार, दोषी. Guilty ਦਾ मतलब ਹੁੰਦਾ है कसूरवार, दोषी. ये लिख लो बच्चों तुम, बहुत ही अच्छा वर्ड है. पर्सन इज ऑलवेज स्केयर्ड. स्केयर्ड का मतलब ਹੁੰਦਾ है डरिया होया, घबराया होया. सो स्केयर्ड का मतलब डरिया होया. सो ये भी तुसी अपने को लिख लेना है. इसी तरह मैं पंजाबी ਤੁਹਾਡੇ ਵਾਸਤੇ ਪੜਾਂਗਾ. ਇੱਕ ਦਿਨ ਅਕਬਰ ਨੇ ਆਪਣੀ ਅੰਗੂਠੀ ਗਵਾ ਦਿੱਤੀ. ਜਦੋਂ ਬੀਰਬਲ ਦਰਬਾਰ ਵਿੱਚ ਪਹੁੰਚਿਆ, ਅਕਬਰ ਨੇ ਉਸ ਨੂੰ ਕਿਹਾ, ਮੈਂ ਆਪਣੀ ਅੰਗੂਠੀ ਗਵਾ ਲਈ ਹੈ. ਮੇਰੇ ਪਿਤਾ ਜੀ ਨੇ ਮੈਨੂੰ ਤੋਹਫੇ ਵਜੋਂ ਦਿੱਤੀ ਸੀ. ਕਿਰਪਾ ਕਰਕੇ ਇਸ ਨੂੰ ਲੱਭਣ ਵਿੱਚ ਮੇਰੀ ਮਦਦ ਕਰੋ. ਬੀਰਬਲ ਨੇ ਕਿਹਾ, ਮਹਾਰਾਜ ਤੁਸੀਂ ਚਿੰਤਾ ਨਾ ਕਰੋ. ਚਿੰਤਾ ਵਰੀ ਜੋ ਆਪਾਂ ਪਿਛਲੇ ਪੇਜ ਤੇ ਪੜਿਆ ਸੀ. ਮੈਂ ਤੁਹਾਡੀ ਅੰਗੂਠੀ ਤੁਰੰਤ, ਰਾਈਟ ਨਾਓ, ਤੁਸੀਂ ਪਿਛਲੇ ਪੇਜ ਤੇ ਪੜਿਆ ਸੀ, ਰਾਈਟ ਨਾਓ ਲੱਭ ਲਵਾਂਗਾ. ਉਸਨੇ ਕਿਹਾ, ਮਹਾਰਾਜ ਦੀ ਅੰਗੂਠੀ ਇਸ ਦਰਬਾਰ ਵਿੱਚ ਹੀ ਹੈ ਅਤੇ ਇਹ ਕਿਸੇ ਦਰਬਾਰੀ ਦੇ ਕੋਲ ਹੈ. ਦਰਬਾਰੀ ਜਿਸ ਦੀ ਦਾੜੀ ਵਾਸਤੇ ਕੀ ਅਕਸ਼ਰ ਸੀ? ਬੀਅਰਡ. ਵਿੱਚ ਪਰਾਲੀ ਦਾ ਤਿਨਕਾ ਹੈ, ਸਟ੍ਰॉ, ਪਰਾਲੀ. ਠੀਕ ਹੈ ਨਾ. ਤੁਸੀਂ ਉਹ ਸਾਰੇ ਜਦੋਂ ਤੁਸੀਂ ਇਹ ਪੜੋਗੇ ਤੁਹਾਨੂੰ ਉਹ ਸਾਰੇ ਅਕਸ਼ਰ ਜੋ ਹੈ ਯਾਦ ਆਉਣਗੇ. ਸੋ ਅੰਗੂਠੀ ਉਸਦੇ ਹੀ ਕੋਲ ਹੈ. ਦਰਬਾਰੀ ਜਿਸ ਕੋਲ ਬਾਦਸ਼ਾਹ ਦੀ ਅੰਗੂਠੀ ਸੀ ਉਹ ਹੈਰਾਨ, ਸ਼ੌਕਡ ਰਹਿ ਗਿਆ ਅਤੇ ਉਸਨੇ ਤੁਰੰਤ ਆਪਣੀ ਦਾੜੀ ਉੱਪਰ ਹੱਥ ਰੱਖ ਦਿੱਤਾ. ਬੀਰਬਲ ਨੇ ਦਰਬਾਰੀ ਦਾ ਇਹ ਕੰਮ ਦਿਸ ਐਕਟ ਦੇਖਿਆ. ਉਸਨੇ ਤੁਰੰਤ ਦਰਬਾਰੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ, ਕਿਰਪਾ ਕਰਕੇ ਇਸ ਆਦਮੀ ਦੀ ਤਲਾਸ਼ੀ ਲਿਓ. ਉਸ ਕੋਲ ਬਾਦਸ਼ਾਹ ਦੀ ਅੰਗੂਠੀ ਹੈ. ਬਾਦਸ਼ਾਹ, ਐਂਪਰਰ. ਅਕਬਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਬੀਰਬਲ ਨੇ ਮੁੰਦਰੀ ਕਿਵੇਂ ਲੱਭ ਲਈ ਸੀ. ਬੀਰਬਲ ਨੇ ਅਕਬਰ ਨੂੰ ਕਿਹਾ ਕਿ ਦੋਸ਼ੀ ਵਿਅਕਤੀ ਹਮੇਸ਼ਾ ਡਰਦਾ ਹੈ. That guilty, ਦੋਸ਼ੀ is always scared. ਦੋਸ਼ੀ ਵਿਅਕਤੀ ਹਮੇਸ਼ਾ ਡਰਦਾ ਹੈ. He is always scared. ਉਹ ਹਮੇਸ਼ਾ ਡਰਿਆ ਹੁੰਦਾ ਹੈ. ਸੋ ਇਸ ਦੇ ਨਾਲ ਹੀ ਜੋ ਲੈਸਨ ਹੈ ਇਹ ਖਤਮ ਹੁੰਦਾ ਹੈ. ਤੇ ਮੈਂ ਦੁਬਾਰਾ ਫਿਰ ਉਹੀ ਰੂਟੀਨ ਵਾਲੀ ਬੇਨਤੀ ਤੁਹਾਨੂੰ ਫਿਰ ਸਾਰਿਆਂ ਨੂੰ ਕਰਾਂਗਾ ਕਿ ਵੈਸੇ ਤਾਂ ਮੈਨੂੰ ਆਸ ਹੈ ਕਿ ਇਸ ਦੇ ਲੈਸਨ ਦੇ ਦੌਰਾਨ ਹੀ ਤੁਸੀਂ ਕਾਫੀ ਨੋਟਸ ਬਣਾ ਲਏ ਹੋਣਗੇ, ਪਰ ਜੇ ਫਿਰ ਵੀ ਕੁਝ ਰਹਿ ਗਿਆ ਤਾਂ ਇਸ ਵੀਡੀਓ ਨੂੰ ਦੁਬਾਰਾ ਦੇਖ ਕੇ ਤੁਸੀਂ ਸਾਰੀ ਚੀਜ਼ ਨੋਟ ਡਾਊਨ ਕਰੋ ਤੇ ਜਿਵੇਂ ਇਸ 'ਚ ਕਿਹਾ ਗਿਆ ਕਿ ਪੈਨ ਡਾਊਨ ਕਰੋ ਤੇ ਉਸ ਨੂੰ ਬਾਰ-ਬਾਰ ਪੜ੍ਹੋ ਤਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਯਾਦ ਹੋ ਜਾਏ, ਲੈਸਨ ਵੀ ਤੇ ਐਕਸਰਸਾਈਜ਼ ਵੀ. ਤੇ ਜੇ ਕਿਤੇ ਪੇਪਰ ਵਿੱਚ ਆਉਂਦਾ ਤਾਂ ਤੁਹਾਡਾ ਇੱਕ ਵੀ ਨੰਬਰ ਨਾ ਕੱਟੇ ਤੇ ਤੁਸੀਂ ਪੂਰੇ ਨੰਬਰ ਲੈ ਕੇ ਬਹੁਤ ਅੱਛੇ ਮਾਰਕਸ ਲੈ ਕੇ ਪਾਸ ਹੋਵੋ. ਧੰਨਵਾਦ.